ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਅੰਮ੍ਰਿਤ ਵੇਲੇ ਤੋਂ ਐਸ ਵੇਲੇ ਤੱਕ ਅੰਮ੍ਰਿਤਮਈ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਇ। ਅੰਮ੍ਰਿਤਮਈ ਬਾਣੀ ਦਾ ਕੀਰਤਨ ਰੂਪ ਵਿੱਚ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਾਵਨ ਸ਼ਬਦ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਰਾਰ ਕਰਤ ਝੂਠੀ ਲਗ ਗਾਥਾ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਆਸਾ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਾਵਨ ਅੰਗ 376 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਆਪ ਜੀਆਂ ਨੇ ਸਰਵਨ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ। ਜਿਹੜੇ ਪਰਮੇਸ਼ਵਰ ਦੇ ਨਾਮ ਰਸ ਨੂੰ ਛੱਡ ਕੇ ਅੰਨ ਰਸ ਦੇ ਵਿੱਚ ਗਲਤਾਨ ਹੋਏ ਹੋਏ ਨੇ, ਵਿਕਾਰਾਂ ਦੇ ਰਸ, ਮਾਇਆਵੀ ਪਦਾਰਥਾਂ ਦੇ ਰਸ ਵਿੱਚ ਗਲਤਾਨ ਹੋਏ ਨੇ, ਉਹਨਾਂ ਨੂੰ ਪਰਮੇਸ਼ਵਰ ਦਾ ਨਾਮ ਨਹੀਂ ਪਾਉਂਦਾ ਤੇ ਨਾ ਹੀ ਉਹ ਪਰਮੇਸ਼ਵਰ ਦਾ ਨਾਮ ਸੁਣ ਸਕਦੇ ਨੇ। ਕਿਉਂਕਿ ਜਿਹੜਾ ਰਸ ਚੰਗਾ ਹੀ ਨਹੀਂ ਲੱਗਦਾ ਤੇ ਜੇ ਉਸ ਰਸ ਦੀ ਕੋਈ ਗੱਲ ਕਰੇ ਫਿਰ ਤਕਲੀਫ ਵੀ ਹੋਏਗੀ, ਫਿਰ ਮਨ ਅੰਦਰੋਂ ਖਿਜੇਗਾ, ਗੁੱਸਾ ਆਏਗਾ ਤੇ ਜੇ ਫਿਰ ਵੀ ਸਾਹਮਣੇ ਵਾਲਾ ਉਸੇ ਰਸ ਦੀ ਗੱਲ ਕਰੇ ਫਿਰ ਕ੍ਰੋਧ ਵਿੱਚ ਆ ਕੇ ਕਈ ਤਰ੍ਹਾਂ ਦੇ ਕਬੋਲ ਵੀ ਬੰਦਾ ਬੋਲ ਜਾਂਦਾ ਹੈ। ਜਿਹਨੂੰ ਪਰਮੇਸ਼ਵਰ ਦਾ ਨਾਮ ਚੰਗਾ ਨਹੀਂ ਲੱਗਦਾ, ਤੁਸੀਂ ਉਹਦੇ ਕੋਲ ਬੈਠ ਕੇ ਉਹਨੂੰ ਨਾਮ ਸੁਣਾਈ ਜਾਓ, ਉਹ ਫਿਰ ਕਾਹਲਾ ਪੈ ਜਾਏਗਾ, ਉਹਨੂੰ ਕ੍ਰੋਧ ਆ ਜਾਏਗਾ, ਫਿਰ ਉਹ ਲੜਾਈ ਝਗੜੇ ਦੇ ਉੱਤੇ ਉਤਰ ਜਾਏਗਾ। ਕਿਉਂਕਿ ਉਹਨੂੰ ਨਾਮ ਰਸ ਚੰਗਾ ਹੀ ਨਹੀਂ ਲੱਗ ਰਿਹਾ। ਉਹ ਹੋਰ ਰਸਾਂ ਦੇ ਵਿੱਚ, ਰਸ ਦਾ ਵੈਸੇ ਅਰਥ ਹੁੰਦਾ ਸਵਾਦ,
ਉਹ ਹੋਰ ਸਵਾਦਾਂ ਦੇ ਵਿੱਚ ਪਿਆ ਹੋਇਆ, ਉਹਨੂੰ ਪਰਮੇਸ਼ਵਰ ਦੇ ਨਾਮ ਵਿੱਚੋਂ ਸਵਾਦ ਆਉਂਦਾ ਹੀ ਨਹੀਂ। ਉੱਤਮ ਰਸ ਹੈ ਪਰਮਾਤਮਾ ਦਾ ਨਾਮ। ਇਹ ਉਹ ਰਸ ਪਰਮਾਤਮਾ ਦੇ ਨਾਮ ਦੇ ਵਿੱਚ ਹੈ, ਜੇ ਕਿਤੇ ਇਹਦਾ ਸਵਾਦ ਅਸੀਂ ਚੱਖ ਲਈਏ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਰੋਗ ਕਲਾ ਕਲੇਸ਼ ਮਿਟ ਜਾਣਗੇ। ਪਰ ਅਸੀਂ ਉਹ ਰਸ ਲੈ ਰਹੇ ਹਾਂ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਦੁੱਖ ਰੋਗ ਕਲਾ ਕਲੇਸ਼ ਵੱਧ ਰਹੇ ਨੇ। ਇੰਨੇ ਦੁੱਖ ਰੋਗ ਕਲਾ ਕਲੇਸ਼ ਜੀਵਨ ਵਿੱਚ ਵੱਧ ਗਏ ਨੇ, ਪਰ ਫਿਰ ਵੀ ਬੰਦਾ ਸਮਝਣ ਨੂੰ ਤਿਆਰ ਨਹੀਂ ਵੀ ਇਹਦਾ ਕਾਰਨ ਕੀ ਹੈ। ਅੰਨ ਰਸ ਛੱਡ ਕੇ ਫਿਰ ਵੀ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲੈਣਾ ਚਾਹੁੰਦਾ। ਹੋਰ ਹੋਰ ਸਵਾਦਾਂ ਵਿੱਚੋਂ ਦੀ ਨਿਕਲ ਕੇ ਪਰਮੇਸ਼ਵਰ ਦੇ ਨਾਮ ਦਾ ਸਵਾਦ ਨਹੀਂ ਮੰਨਣਾ ਚਾਹੁੰਦਾ, ਕਿਉਂਕਿ ਹਜੇ ਦੁਨਿਆਵੀ ਰਸ ਜੀਵਨ ਦੇ ਅੰਦਰ ਬਣੇ ਨੇ। ਜੇ ਰਸ ਦੀ ਗੱਲ ਕਰੀਏ ਤੇ ਖੱਟ ਰਸ ਨੇ, ਮਿੱਠਾ ਹੈ, ਲੂਣਾ ਹੈ, ਖੱਟਾ ਮਿੱਠਾ ਹੈ, ਪਰ ਇਹਦੇ ਨਾਲ ਨਾਲ ਸਾਡੀ ਅੱਖਾਂ ਦਾ ਵੀ ਰਸ ਹੈ, ਕੰਨਾਂ ਦਾ ਵੀ ਰਸ ਹੈ। ਇਹ ਰਸਨਾ ਜ਼ੁਬਾਨ ਦਾ ਵੀ ਰਸ, ਇੰਦਰੀਆਂ ਦਾ ਰਸ, ਕੰਨਾਂ ਦਾ ਰਸ ਹੈ। ਹਰ ਵੇਲੇ ਬੁਰੇ ਭੈੜੇ ਮਾੜੇ ਬੋਲ ਸੁਣਨੇ, ਗੰਦਲੇ ਬੋਲ ਸੁਣਨੇ, ਕਿਸੇ ਦੀ ਨਿੰਦਾ ਕਿਸੇ ਦੀ ਚੁਗਲੀ ਦੇ ਬੋਲ ਸੁਣਨੇ, ਇਹ ਵੀ ਇੱਕ ਰਸ ਹੈ। ਜਿਨ੍ਹਾਂ ਦੇ ਕੰਨਾਂ ਨੂੰ ਭੈੜੇ ਮਾੜੇ ਗੰਦਲੇ ਬੋਲ ਸੁਣਨ ਦਾ ਰਸ ਲੱਗਾ ਹੈ, ਉਹ ਕਦੇ ਪਰਮਾਤਮਾ ਦਾ ਨਾਮ ਕੰਨਾਂ ਨਾਲ ਸੁਣ ਹੀ ਨਹੀਂ ਸਕਦੇ। ਤੇ ਜੇ ਇਹੋ ਜਿਹਿਆਂ ਨੂੰ ਤੁਸੀਂ ਨਾਮ ਸੁਣਾਓਗੇ ਤੇ ਉਹ ਸੁਣਨਗੇ ਹੀ ਨਹੀਂ, ਕਾਲੇ ਪੈ ਜਾਣਗੇ, ਗੁੱਸੇ ਕ੍ਰੋਧ ਵਿੱਚ ਆ ਜਾਣਗੇ। ਇਹਨਾਂ ਅੱਖਾਂ ਦਾ ਵੀ ਰਸ ਹੈ, ਪਰਾਇਆ ਧਨ ਪਰਾਇਆ ਰੂਪ ਤੱਕਣਾ। ਇਹਨਾਂ ਨੂੰ ਸੱਚ ਤੇ ਹੱਕ ਦੀ ਗੱਲ ਕਰੋਗੇ ਸਮਝ ਨਹੀਂ ਆਏਗੀ, ਕਿਉਂਕਿ ਇਹ ਪਰਾਏ ਧਨ ਤੇ ਪਰਾਏ ਰੂਪ ਦੇ ਰਸ ਵਿੱਚ ਗਲਤਾਨ ਨੇ। ਸੱਚ ਸਮਝ ਦੇ ਵਿੱਚ ਨਹੀਂ ਆਏਗੀ, ਕਿਉਂਕਿ ਹਜੇ ਅੱਖਾਂ ਵੀ ਹੋਰ ਸਵਾਦ ਮੰਨਣਾ ਚਾਹੁੰਦੀਆਂ ਨੇ, ਕੰਨ ਵੀ ਹੋਰ ਸਵਾਦ ਮੰਨਣਾ ਚਾਹੁੰਦੇ ਆ। ਇਹ ਜ਼ੁਬਾਨ ਜੋ ਦੂਜਿਆਂ ਦੀ ਬੁਰਿਆਈ ਕਰ ਰਹੀ ਹੈ, ਨਿੰਦਾ ਕਰ ਰਹੀ ਹੈ, ਚੁਗਲੀ ਕਰ ਰਹੀ ਹੈ, ਕੂੜ ਇਹ ਜ਼ੁਬਾਨ ਤੋਂ ਮਾੜਾ ਸ਼ਬਦ ਇਸ ਜ਼ੁਬਾਨ ਤੋਂ ਬੋਲਿਆ ਜਾ ਰਿਹਾ, ਇਹ ਵੀ ਰਸ ਜਿਨ੍ਹਾਂ ਨੂੰ ਲੱਗੇ ਨੇ, ਉਹ ਪਰਮਾਤਮਾ ਦਾ ਸੱਚਾ ਨਾਮ ਕਿੱਥੋਂ ਆਪਣੀ ਜ਼ੁਬਾਨ ਤੋਂ ਜਪ ਲੈਣਗੇ? ਉਹ ਪਰਮੇਸ਼ਵਰ ਦੀ ਸਿਫਤ ਕਿੱਥੋਂ ਕਰ ਲੈਣਗੇ ਜਿਨ੍ਹਾਂ ਦੀ ਜ਼ੁਬਾਨ ਹਰ ਵੇਲੇ ਨਿੰਦਾ ਤੇ ਚੁਗਲੀ ਹੀ ਕਰਨਾ ਜਾਣਦੀ ਹੈ? ਕਿ ਸਵੇਰੇ ਉੱਠਦਿਆਂ ਸਾਰ ਹੀ ਬੁਰੀਆਈਆਂ ਸ਼ੁਰੂ, ਕਦੇ ਕਿਸੇ ਦੀ ਕਦੇ ਕਿਸੇ ਦੀ ਕਦੇ ਕਿਸੇ ਦੀ, ਰਾਤ ਸੌਣ ਤੱਕ ਬਸ ਇਸ ਜ਼ੁਬਾਨ ਤੋਂ ਬੁਰੀਆਈਆਂ ਹੀ ਨਿਕਲਦੀਆਂ ਨੇ। ਉਹ ਨਾਮ ਰਸ ਕਿੱਥੋਂ ਲੈ ਲੇਗਾ? ਉਹ ਪਰਮੇਸ਼ਵਰ ਦੀ ਸਿਫਤ ਸਲਾਹ ਨਾਲ ਕਿੱਦਾਂ ਜੁੜ ਜਾਏਗਾ? ਇਹ ਹੋਛੇ ਰਸ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ। ਸਾਡਾ ਸੁੱਖ ਚੈਨ, ਸਾਡੀ ਜ਼ਿੰਦਗੀ ਦੇ ਜਿਹੜੇ ਖੁਸ਼ੀਆਂ ਨੇ, ਸੁੱਖ ਹੈ, ਇਹ ਸਾਡੀ ਜ਼ਿੰਦਗੀ ਦੇ ਵਿੱਚੋਂ ਦੀ ਮੁੱਕ ਗਏ, ਕਿਉਂਕਿ ਅਸੀਂ ਹੋਰ ਰਸ ਵਿੱਚ ਗਲਤਾਨ ਹੋ ਗਏ। ਇਹਨਾਂ ਨੇ ਸਾਨੂੰ ਵਿਕਾਰੀ ਬਣਾ ਦਿੱਤਾ। ਇਹ ਵਿਕਾਰੀ ਰਸ ਨੇ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਇਹ ਰਸ ਲੱਗੇ ਨੇ ਨਾ, ਹੋਛੇ ਰਸ, ਇਹ ਨਾਮ ਕਿੱਥੋਂ ਸੁਣ ਲੈਣਗੇ? ਇਹਨਾਂ ਨੂੰ ਤੁਸੀਂ ਨਾਮ ਸੁਣਾਓਗੇ ਵੀ, ਪਰ ਇਹ ਸੁਣਨਗੇ ਨਹੀਂ, ਕਿਉਂਕਿ ਇਹਨਾਂ ਨੂੰ ਅੰਮ੍ਰਿਤ ਰਸ ਚੰਗਾ ਨਹੀਂ ਲੱਗਦਾ, ਨਾਮ ਰਸ ਚੰਗਾ ਨਹੀਂ ਲੱਗਦਾ। ਇਹ ਆਤਮਕ ਮੌਤ ਵਾਲਾ ਰਸ ਪੀਣਾ ਚਾਹੁੰਦੇ ਆ, ਆਤਮਕ ਜੀਵਨ ਦੇਣ ਵਾਲਾ ਰਸ ਨਹੀਂ ਪੀਣਾ ਚਾਹੁੰਦੇ। ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ। ਅੰਮ੍ਰਿਤ, ਅੰਮ੍ਰਿਤ ਦਾ ਰਸ, ਆਤਮਕ ਜੀਵਨ ਦੇਣ ਵਾਲਾ ਰਸ।
ਜਿਹਦੇ ਵਿੱਚ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਰਸ ਹੈ, ਸੱਚਾ ਨਾਮ, ਉਹਦੀ ਵਿਚਾਰ ਕਾਥਾ ਆਪਾਂ ਜਿਹਨੂੰ ਕਥਾ ਕਹਿ ਦਿੰਦੇ ਹਾਂ, ਸੱਚੇ ਨਾਮ ਦੀ ਵਿਚਾਰ ਅੰਮ੍ਰਿਤ ਰਸ ਨਾਲ ਜਿਹੜੀ ਭਰਪੂਰ ਹੈ, ਸੁਣੀ ਨਾ ਜਾਈ, ਨਹੀਂ ਸੁਣੀ ਜਾਂਦੀ ਉਹਨਾਂ ਲੋਕਾਂ ਤੋਂ। ਰਾਰ ਕਰਤ, ਰਾਰ ਮੈਨੇ ਝਗੜਾ, ਤੇ ਜੇ ਤੁਸੀਂ ਉਹਨਾਂ ਨੂੰ ਸੁਣਾਓਗੇ ਤੇ ਉਹ ਤੁਹਾਡੇ ਨਾਲ ਝਗੜਾ ਕਰਨਗੇ, ਉਹ ਤੁਹਾਨੂੰ ਲੜਨ ਤੱਕ ਤੁਹਾਡੇ ਨਾਲ ਆ ਜਾਣਗੇ। ਝੂਠੀ ਲੱਗ ਗਾਥਾ, ਉਹਨਾਂ ਨੂੰ ਝੂਠੀਆਂ ਗਾਥਾਵਾਂ ਹੀ ਚੰਗੀਆਂ ਲੱਗਦੀਆਂ ਨੇ, ਕਿਉਂਕਿ ਉਹ ਝੂਠੀਆਂ ਗੱਲਾਂ ਹੀ ਸੁਣਨਾ ਚਾਹੁੰਦੇ ਆ। ਉਹ ਬਣੀਆਂ ਬਣਾਈਆਂ ਕਹਾਣੀਆਂ ਹੀ ਸੁਣਨਾ ਚਾਹੁੰਦੇ ਆ, ਉਹ ਸੱਚ ਨਹੀਂ ਸੁਣਨਾ ਚਾਹੁੰਦੇ। ਉਹਨਾਂ ਨੂੰ ਕੋਈ ਝੂਠੀਆਂ ਗਾਥਾਵਾਂ ਸੁਣਾਵੇ ਤੇ ਬੜੇ ਪਿਆਰ ਨਾਲ ਭਿੱਜ ਕੇ ਸੁਣਦੇ ਆ, ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਸਵਾਦ ਆ ਰਿਹਾ ਹੈ, ਉਹਦੇ ਵਿੱਚ ਹੀ ਉਹਨਾਂ ਨੂੰ ਰਸ ਆ ਰਿਹਾ ਹੈ। ਝੂਠੀਆਂ ਗੱਲਾਂ ਜਿੰਨੀ ਮਰਜ਼ੀ ਬਣਾ ਕੇ ਸੁਣਾਈ ਜਾਓ, ਬੜਾ ਸਵਾਦ ਲੈਂਦੇ ਆ, ਪਰ ਜਦੋਂ ਹੀ ਗੱਲ ਸੱਚੀ ਕਰੋਗੇ ਤੇ ਰਾਰ ਉਸੇ ਵੇਲੇ ਝਗੜਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹ ਸੱਚ ਸੁਣਨਾ ਨਹੀਂ ਚਾਹੁੰਦੇ। ਇਹ ਹੋਰ ਰਸਾਂ ਦੇ ਵਿੱਚ ਹਜੇ ਗਲਤਾਨ ਹੋਏ ਪਏ ਆ। ਇਹ ਵੀ ਕਹਦੇ ਆ ਕਿ ਜਿੰਨੇ ਲੱਚਰ ਗੀਤ ਨੇ, ਗੰਦਲੇ ਗੀਤ ਨੇ, ਜਿਹੜੇ ਸਾਡੇ ਮਨਾਂ ਵਿੱਚ ਵਿਕਾਰ ਪੈਦਾ ਕਰਦੇ ਨੇ, ਇਹ ਸਾਰੀ ਦਿਹਾੜੀ ਕੰਨਾਂ ਦੇ ਵਿੱਚ ਸੁਣੀ ਜਾਓ, ਅੱਖਾਂ ਬੰਦ ਨਹੀਂ ਹੁੰਦੀਆਂ, ਆਲਸ ਨਹੀਂ ਆਉਂਦਾ, ਨੀਂਦ ਨਹੀਂ ਆਉਂਦੀ। ਤੇ ਜਦੋਂ ਹੀ ਕਿਤੇ ਕੰਨਾਂ ਦੇ ਵਿੱਚ ਪਰਮਾਤਮਾ ਦਾ ਨਾਮ ਸੁਣਾਈ ਦੇਣ ਲੱਗਦੇ ਤੇ ਆਲਸ, ਨੀਂਦ ਆਉਣ ਲੱਗ ਜਾਂਦੀ ਹੈ। ਇਹ ਹੈ ਸਾਡੇ ਮਨ ਦੀ ਹਾਲਤ। ਸਾਰੀ ਰਾਤ ਲੱਚਰ ਗੀਤ ਸੁਣਾਓ, ਸੁਣਨ ਨੂੰ ਤਿਆਰ ਨੇ, ਪਰ ਜੇ ਕਿਤੇ ਨਾਮ ਦੀ ਗੱਲ ਕਰਦੇ ਹੋ ਤੇ ਉਸੇ ਵੇਲੇ ਅੱਖਾਂ ਬੰਦ, ਮੱਥੇ ਤਿਉੜੀਆਂ, ਕ੍ਰੋਧ ਆ ਜਾਏਗਾ। ਇਹ ਹੈ ਸਾਡੇ ਮਨ ਦੀ ਹਾਲਤ, ਕਿਉਂਕਿ ਮਨ ਕਰਕੇ ਹੀ ਅਸੀਂ ਮਨੁੱਖ ਹਾਂ, ਤੇ ਜੇ ਮਨ ਨਾ ਹੋਏਗਾ ਤੇ ਅਸੀਂ ਮਨੁੱਖ ਵੀ ਨਹੀਂ ਹਾਂ। ਇੱਕ ਦਿਨ ਆਖਿਆ ਸੀ ਕਿ ਜਿਹਦਾ ਮਨ ਕੰਮ ਕਰਦਾ ਹੈ ਉਹ ਮਨੁੱਖ ਹੈ, ਜਿਹਦਾ ਮਨ ਕੰਮ ਨਹੀਂ ਕਰਦਾ ਉਹ ਤੇ ਪਸ਼ੂ ਹੈ, ਉਹ ਮਨੁੱਖ ਨਹੀਂ ਹੋ ਸਕਦਾ, ਕਿਉਂਕਿ ਅਸੀਂ ਮਨ ਦੇ ਤਲ ਤੇ ਚੱਲਦੇ ਹਾਂ, ਤੇ ਜੇ ਮਨ ਚੱਲੇਗਾ ਹੀ ਨਹੀਂ ਫਿਰ ਅਸੀਂ ਮਨੁੱਖ ਥੋੜੀ ਹਾਂ, ਇਹ ਤੇ ਅਸੀਂ ਪਸ਼ੂ ਹਾਂ। ਇਸ ਲਈ ਮਨ ਕੰਮ ਕਰਦਾ ਹੈ ਪਰ ਗਲਤ ਰਸਤੇ ਪੈ ਕੇ, ਮਨ ਚੱਲਦਾ ਹੈ ਪਰ ਗਲਤ ਸੰਗਤ ਵਿੱਚ ਪੈ ਕੇ, ਗਲਤ ਸਵਾਦਾਂ ਵਿੱਚ, ਰਸਾਂ ਵਿੱਚ ਪੈ ਕੇ। ਹੁਣ ਜਿਹਨੇ ਰੋਜ਼ ਨਸ਼ਾ ਕਰਨਾ ਉਹਨੂੰ ਭਾਵੇਂ ਰੋਜ਼ ਇੱਕ ਬੋਤਲ ਪਿਆ ਦਿਓ, ਉਹਨੂੰ ਬੜੀ ਸਵਾਦ ਲੱਗੇਗੀ, ਪਰ ਜੇ ਕਿਤੇ ਉਹਨੂੰ ਅੰਮ੍ਰਿਤ ਰਸ ਦੀ ਗੱਲ ਕਰ ਦਿਓ, ਮੱਥੇ ਤਿਉੜੀਆਂ, ਫਿਰ ਜ਼ੁਬਾਨ ਤੋਂ ਪਤਾ ਨਹੀਂ ਕੀ ਕੁਛ ਬੋਲ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਿਹਨੂੰ ਇਹ ਝੂਠੇ ਸਵਾਦ ਪੈ ਚੁੱਕੇ ਨੇ, ਝੂਠੀਆਂ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ, ਜਿਨ੍ਹਾਂ ਨੂੰ ਝੂਠਾ ਰਸ ਚੰਗਾ ਲੱਗਦਾ ਹੈ, ਉੱਥੇ ਉਹ ਰੋਲਾ ਨਹੀਂ ਪਾਉਂਦੇ, ਉੱਥੇ ਉਹ ਝਗੜਾ ਨਹੀਂ ਕਰਦੇ। ਜਦੋਂ ਹੀ ਇਹੋ ਜਿਹਿਆਂ ਨੂੰ ਤੁਸੀਂ ਸੱਚ ਅੰਮ੍ਰਿਤ ਗਾਥਾ ਸੁਣਾਓਗੇ, ਉਸੇ ਵੇਲੇ ਰਾਰ ਝਗੜਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹ ਰਸ ਉਹਨਾਂ ਵਾਸਤੇ ਨਹੀਂ ਹੈ ਤੇ ਨਾ ਉਹ ਰਸ ਲੈਣਾ ਚਾਹੁੰਦੇ ਆ। ਬੱਚੇ ਨੂੰ ਜਿਹੜੀ ਚੀਜ਼ ਸਵਾਦ ਲੱਗਦੀ ਹੈ ਨਾ, ਜਾਂ ਉਹਨੂੰ ਕੋਈ ਚਾਕਲੇਟ ਸਵਾਦ ਲੱਗਦੀ ਹੈ ਜਾਂ ਕੋਈ ਚੀਜ਼, ਉਹਨੂੰ ਅਸੀਂ ਉਹ ਛੱਡ ਕੇ ਉਹਨੂੰ ਕਹੀਏ ਵੀ ਤੂੰ ਇਹ ਰਹਿਣ ਦੇ, ਆਹ ਵਾਲੀ ਚੀਜ਼ ਖਾ, ਇਹ ਬੜੀ ਸਵਾਦ ਹੈ, ਉਹ ਭਾਵੇਂ 100 ਗੁਣਾ ਚੰਗੀ ਵੀ ਹੋਵੇ ਤੇ ਸਵਾਦ ਵੀ ਹੋਵੇ, ਪਰ ਬੱਚਾ ਕਹਿੰਦਾ ਨਹੀਂ, ਮੈਂ ਤੇ ਉਹ ਖਾਣੀ ਹੈ ਜਿਹੜੀ ਮੈਨੂੰ ਚੰਗੀ ਲੱਗਦੀ ਹੈ। ਉਹ ਜਿੱਦ ਕਰਦਾ ਹੈ, ਰੋਣ ਲੱਗ ਜਾਂਦਾ ਹੈ, ਜ਼ਮੀਨ ਤੇ ਲਿਟਣ ਲੱਗ ਜਾਂਦਾ ਵੀ ਜੋ ਮੈਂ ਕਹਿੰਦਾ ਉਹ ਲੈ ਕੇ ਦਿਓ ਮੈਨੂੰ। ਬਸ ਸਾਡਾ ਮਨ ਵੀ ਇਸੇ ਤਰ੍ਹਾਂ ਹੀ ਹੈ। ਇਹ ਨਾਮ ਰਸ ਅੰਮ੍ਰਿਤ ਰਸ ਹੈ, ਪਰ ਮਨ ਇਹ ਰਸ ਲੈਣਾ ਨਹੀਂ ਚਾਹੁੰਦਾ, ਇਹ ਹੋਰ ਰਸ ਵਿੱਚ ਗਲਤਾਨ ਹੋਣਾ ਚਾਹੁੰਦਾ ਹੈ। ਇਸ ਲਈ ਇਹਨਾਂ ਲੋਕਾਂ ਤੋਂ ਫਿਰ ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ। ਇਹ ਜਿਹੜੀ ਅੰਮ੍ਰਿਤ ਰਸ ਨਾਲ ਭਰਪੂਰ ਸੱਚ ਦੀ ਕਥਾ,
ਪਰਮੇਸ਼ਵਰ ਦਾ ਨਾਮ ਹੈ, ਇਹੋ ਜਿਹੇ ਲੋਕਾਂ ਤੋਂ ਸੁਣਿਆ ਨਹੀਂ ਜਾਂਦਾ ਹੈ। ਹਰ ਰਸ ਛੋੜ ਹੋਸੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉਠ ਜਾਤਾ। ਘਰ ਦੇ ਵਿੱਚ ਹੀ ਪਰਮੇਸ਼ਵਰ ਨੇ ਅੰਮ੍ਰਿਤ ਦਾ ਰਸ ਦਿੱਤਾ ਹੈ, ਜਿਹਨੂੰ ਗੁਰਬਾਣੀ ਦੇ ਰਾਹੀਂ ਅੰਦਰੋਂ ਅਸੀਂ ਮੰਨਣਾ ਸੀ। ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਈ। ਇਹ ਬਾਹਰ ਦੇ ਸਵਾਦਾਂ ਮਗਰ ਭੱਜਦਾ ਹੈ, ਬਾਹਰ ਦੇ ਰਸਾਂ ਮਗਰ ਦੌੜਦਾ ਹੈ। ਜਿਵੇਂ ਅੰਮ੍ਰਿਤ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਸਾਧ ਮੈਨੇ ਸਵਾਦ, ਮਨਮੁਖ ਨੂੰ ਸਵਾਦ ਨਹੀਂ ਆਇਆ। ਅੰਮ੍ਰਿਤ ਰਸ ਅੰਦਰ ਹੈ, ਪਰ ਮਨਮੁਖ ਨੂੰ ਸਵਾਦ ਹੀ ਨਹੀਂ ਆਉਂਦਾ, ਮਨਮੁਖ ਨੂੰ ਚੰਗਾ ਹੀ ਨਹੀਂ ਲੱਗਦਾ। ਗੁਰਮੁਖ ਨੇ ਗੁਰਬਾਣੀ ਦੇ ਜਰੀਏ, ਗੁਰਬਾਣੀ ਦਾ ਆਸਰਾ ਲੈ ਕੇ ਅੰਦਰ ਹੀ ਨਾਮ ਰਸ ਨੂੰ ਚੱਕ ਕੇ ਟਿਕਣਾ ਕੀਤਾ। ਮਨਮੁਖ ਦਾ ਮਨ ਟਿਕਦਾ ਨਹੀਂ, ਗੁਰਮੁਖ ਦਾ ਮਨ ਟਿਕ ਜਾਂਦਾ ਹੈ, ਕਿਉਂਕਿ ਉਹ ਅੰਦਰ ਦੇ ਅੰਮ੍ਰਿਤ ਰਸ ਨੂੰ ਗੁਰਬਾਣੀ ਦੇ ਰਾਹੀਂ, ਕਿਉਂਕਿ ਗੁਰਬਾਣੀ ਇੱਕ ਜ਼ਰੀਆ ਹੈ, ਇੱਕ ਸਹਾਰਾ ਹੈ, ਜਿਹਦੇ ਸਹਾਰੇ ਅਸੀਂ ਅੰਦਰ ਦੇ ਅੰਮ੍ਰਿਤ ਰਸ ਨੂੰ ਮੰਨਣਾ ਹੈ। ਪੁੱਛਿਆ ਮਹਾਰਾਜ ਜੀ, ਸੁਣੀ ਨਾ ਜਾਈ ਸਚ ਅੰਮ੍ਰਿਤ ਗਾਥਾ, ਕਿਹਨਾਂ ਤੋਂ ਨਹੀਂ ਸੁਣੀ ਜਾਂਦੀ? ਸਾਹਿਬ ਕਹਿੰਦੇ ਹਰ ਰਸ ਛੋੜ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਛੱਡ ਦਿੱਤਾ। ਹੋਛੈ ਰਸ ਮਾਤਾ, ਜਿਹੜੇ ਹੋਛੇ ਰਸ ਵਿੱਚ ਮੱਤੇ ਪਏ ਆ, ਵਿਕਾਰਾਂ ਵਾਲੇ ਰਸ ਵਿੱਚ, ਜਿਨ੍ਹਾਂ ਵਿੱਚੋਂ ਮਿਲਣਾ ਕੁਛ ਨਹੀਂ, ਜਿਨ੍ਹਾਂ ਵਿੱਚੋਂ ਲੱਭਣਾ ਕੁਛ ਨਹੀਂ ਹੈ। ਦੁੱਖ ਵਧਣਗੇ, ਰੋਗ ਵਧਣਗੇ, ਕਲਾ ਕਲੇਸ਼ ਵਧੇਗਾ, ਪਰਮੇਸ਼ਵਰ ਤੋਂ ਦੂਰੀਆਂ ਬਣਨਗੀਆਂ। ਇਹ ਹੋਛੇ ਰਸ ਵਿੱਚ ਹੀ ਮੱਤੇ ਪਏ ਆ, ਮਸਤ ਹੋਏ ਪਏ ਆ, ਉਹਦੇ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ। ਘਰ ਮੈਂ ਵਸਤ ਬਾਹਰ ਉੱਠ ਜਾਤਾ, ਘਰ ਦੇ ਅੰਦਰ ਹੀ ਅੰਮ੍ਰਿਤ ਰਸ ਹੈ, ਪਰ ਮਨ ਬਾਹਰ ਦੌੜਨਾ ਚਾਹੁੰਦਾ ਹੈ, ਕਿਉਂਕਿ ਅੱਖਾਂ ਦਾ ਰਸ ਲੈਣਾ ਚਾਹੁੰਦਾ ਹੈ, ਇਹ ਕੰਨਾਂ ਦਾ ਰਸ ਲੈਣਾ ਚਾਹੁੰਦਾ ਹੈ, ਇਹ ਜ਼ੁਬਾਨ ਦਾ ਰਸ ਲੈਣਾ ਚਾਹੁੰਦਾ ਹੈ। ਇਸ ਲਈ ਉੱਠ ਉੱਠ ਕੇ ਮਨ ਬਾਹਰ ਦੌੜਦਾ ਹੈ। ਇਹ ਵੀ ਕਹਦੇ ਹਾਂ, ਕਈ ਥਾਵਾਂ ਤੇ ਦੇਖਿਆ ਤਾਂ ਕਹਿਣਾ ਪੈਂਦਾ ਹੈ, ਸਮਾਗਮ ਹੋਇਆ, ਪ੍ਰੋਗਰਾਮ ਹੋਇਆ, ਹਜੇ ਅਰਦਾਸ ਹੋ ਰਹੀ ਹੁੰਦੀ ਹੈ ਤੇ ਕਈਆਂ ਦਾ ਮਨ ਕਾਹਲਾ ਪੈਣ ਲੱਗ ਜਾਂਦਾ ਵੀ ਮੈਂ ਪਹਿਲਾਂ ਲੰਗਰ ਵਿੱਚ ਜਾ ਕੇ ਪੰਗਤ ਵਿੱਚ ਬੈਠ ਜਾ, ਕੀ ਪਤਾ ਮੁੜ ਕੇ ਮੇਰੀ ਵਾਰੀ ਛੇਤੀ ਆਵੇ ਕਿ ਨਾ ਆਵੇ। ਹੋ ਰਹੀ ਹੈ ਅਰਦਾਸ, ਪਰ ਰਸ ਧਿਆਨ ਕਿੱਧਰ ਗਿਆ? ਕਿ ਪਹਿਲਾਂ ਜਾ ਕੇ ਦੌੜ ਕੇ ਮੈਂ ਬੈਠ ਜਾ ਵੀ ਕੋਈ ਹੋਰ ਨਾ ਬੈਠ ਜਾਏ, ਪਹਿਲਾਂ ਮੈਂ, ਪਤਾ ਨਹੀਂ ਮੁੜ ਕੇ ਮੈਨੂੰ ਲੰਗਰ ਮਿਲੇਗਾ ਕਿ ਨਹੀਂ ਮਿਲੇਗਾ। ਇਹ ਸੋਚ ਹੈ ਅੰਦਰ ਚੱਲ ਰਹੀ ਹੈ। ਇੱਧਰ ਹੁਕਮ ਚੱਲ ਰਿਹਾ ਹੈ, ਰਸ ਵੰਡਿਆ ਜਾ ਰਿਹਾ ਹੈ ਗੁਰਬਾਣੀ ਦਾ, ਪਰ ਉਧਰ ਸੁਰਤ ਉਧਰ ਹੈ ਵੀ ਕਿਤੇ ਉਹ ਰਸ ਨਾ ਰਹਿ ਜਾਏ। ਕਈ ਥਾਵਾਂ ਤੇ ਇਹ ਦੇਖਣ ਨੂੰ ਮਿਲਿਆ ਤਾਂ ਮਹਿਸੂਸ ਕੀਤਾ ਵੀ ਦੇਖੋ ਅਰਦਾਸ ਹੋ ਰਹੀ ਹੈ ਤੇ ਧਿਆਨ ਉਸ ਪਾਸੇ ਹੈ, ਹੁਕਮ ਗੁਰੂ ਮਹਾਰਾਜ ਦਾ ਤੇ ਧਿਆਨ ਉਸ ਪਾਸੇ ਹੈ ਵੀ ਉਹ ਰਸ ਨਾ ਰਹਿ ਜਾਏ ਕਿਤੇ। ਜਿਹਨੇ ਆਹ ਰਸ ਚੱਖ ਲਿਆ ਉਹ ਤੇ ਵੈਸੇ ਹੀ ਤ੍ਰਿਪਤ ਹੋ ਜਾਂਦਾ ਹੈ, ਉਹਦਾ ਮਨ ਤੇ ਵੈਸੇ ਹੀ ਸ਼ਾਂਤ ਹੋ ਜਾਂਦਾ ਹੈ ਵੀ ਗੁਰੂ ਮਹਾਰਾਜ ਦਾ ਲੰਗਰ ਹੈ, ਪ੍ਰਸ਼ਾਦ ਹੈ, ਇੱਕ ਕਿਣਕਾ ਵੀ ਛਕਣ ਨੂੰ ਮਿਲ ਗਿਆ ਤੇ ਮੇਰੇ ਵਾਸਤੇ ਉਹ ਵੀ ਬਹੁਤ ਹੈ। ਸਾਹਿਬ ਜੀ ਕਹਿੰਦੇ ਹਜੇ ਹਰ ਰਸ ਨੂੰ ਛੱਡ ਕੇ ਹੋਛੇ ਰਸ ਵਿੱਚ ਮਤਿਆ ਪਿਆ। ਕਹੋ ਕਹਾਂ ਆਪਣੀ ਅਧਮਾਈ, ਮੈਂ ਆਪਣੀਆਂ ਕਮਜ਼ੋਰੀਆਂ, ਆਪਣੀਆਂ ਖਾਮੀਆਂ, ਆਪਣੇ ਬੁਰੀਆਈਆਂ ਕਿੱਥੋਂ ਤੱਕ ਬਿਆਨ ਕਰਾਂ ਵੀ ਮੇਰੇ ਵਿੱਚ ਕੀ ਕੁਛ ਭਰਿਆ ਪਿਆ। ਕਹੋ ਕਹਾਂ ਆਪਣੀ ਅਧਮਾਈ, ਮੈਂ ਆਪਣੀਆਂ ਅੰਦਰ ਦੀਆਂ ਖਾਮੀਆਂ ਨੂੰ ਕਿੱਥੋਂ ਤੱਕ ਬਿਆਨ ਕਰਾਂ। ਉਰਜਿਓ ਮਨ, ਇਹ ਮਨ ਉਰਜਿਆ ਪਿਆ ਹੈ। ਕਨਕ ਕਾਮਨੀ ਰਸ, ਉਰਜਿਓ ਕਨਕ ਕਾਮਨੀ ਰਸ। ਇਹ ਕਨਕ ਕਹਿੰਦੇ ਆ ਸੋਨੇ ਨੂੰ, ਸੋਨੇ ਦੀ ਚਮਕ ਜਾਂ ਮਾਇਆਵੀ ਪਦਾਰਥ।
ਮਾਇਆਵੀ ਪਦਾਰਥਾਂ ਦੇ ਵਿੱਚ ਤੇ ਕਾਮਨੀ ਇਸਤਰੀ ਦੇ ਰੂਪ ਵਿੱਚ ਹੀ ਮੱਤਿਆ ਪਿਆ ਹੈ। ਜਿਵੇਂ ਮਹਾਰਾਜ ਨੇ ਕਿਹਾ, ਆਪਾਂ ਕਿੰਨੀ ਵਾਰੀ ਪੜਿਆ, ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਦਾਰਾ, ਦਾਰਾ ਕਹਿੰਦੇ ਇਸਤਰੀ, ਪਰ ਮੈਨੇ ਪਰਾਈ। ਰਸ, ਇਹਦੇ ਰਸ ਵਿੱਚ ਹੀ ਗਲਤਾਨ ਹੋਇਆ ਪਿਆ। ਘਰ ਦੇ ਵਿੱਚ ਰਹਿਮਤਾਂ ਨੇ ਪਰ ਨਹੀਂ, ਘਰ ਟਿਕਦਾ ਨਹੀਂ ਹੈ, ਬਾਹਰ ਦੌੜਦਾ ਮਨ। ਇਸੇ ਰਸ ਵਿੱਚ ਗਲਤਾਨ ਹੋਇਆ ਪਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਹੋਛੇ ਰਸ ਨੇ, ਇਸ ਹੋਛੇ ਰਸ ਵਿੱਚ ਤੂੰ ਦਿਨ ਰਾਤ ਮੱਤਿਆ ਪਿਆ। ਧਿਆਨ ਰੱਖੀ, ਇਸ ਹੋਛੇ ਰਸ ਮਗਰ ਲੱਗ ਕੇ ਤੂੰ ਆਪਣਾ ਘਰ ਬਰਬਾਦ ਕਰ ਬੈਠੇਗਾ। ਤੇਰਾ ਘਰ ਆਬਾਦ ਨਹੀਂ ਹੋਣਾ, ਤੇਰੇ ਘਰ ਦੇ ਵਿੱਚ ਸੁਖ ਸ਼ਾਂਤੀ ਨਹੀਂ ਵਰਤਣੀ, ਤੇਰੇ ਘਰ ਦੇ ਅੰਦਰ ਬਰਕਤ ਨਹੀਂ ਹੈ ਜੇ ਤੂੰ ਹੋਰ ਹੋਛੇ ਰਸ ਵਿੱਚ ਹੀ ਮਸਤ ਰਿਹਾ ਤਾਂ। ਇੱਕੋ ਹੀ ਰਸ ਲੈਣਾ ਸੀ, ਭਾਵੇਂ ਉਹ ਅੱਖਾਂ ਰਾਹੀਂ ਹੈ, ਕੰਨਾਂ ਰਾਹੀਂ ਹੈ, ਜ਼ੁਬਾਨ ਰਾਹੀਂ ਹੈ, ਉਹ ਇੱਕੋ ਹੀ ਰਸ ਸੀ, ਉਹ ਸੀ ਪਰਮੇਸ਼ਵਰ ਦੇ ਨਾਮ ਦਾ ਰਸ। ਅੱਜ ਦੇ ਸ਼ਬਦ ਨੂੰ ਸਮਝਣ ਲਈ ਇੱਕ ਦੋ ਦਿਨ ਬਾਅਦ ਆਪਾਂ ਇੱਕ ਹੋਰ ਸ਼ਬਦ ਨੂੰ ਵਿਚਾਰਨਾ ਹੈ। ਉੱਥੇ ਵੀ ਮਹਾਰਾਜ ਨੇ ਰਸ ਦੀ ਗੱਲ ਕੀਤੀ ਹੈ। ਉਸ ਸ਼ਬਦ ਦੀ ਵਿਆਖਿਆ ਅੱਜ ਦੇ ਇਸ ਸ਼ਬਦ ਦੇ ਨਾਲ ਹੈ। ਅੱਜ ਦੇ ਇਸ ਸ਼ਬਦ ਦੀ ਵਿਆਖਿਆ ਜਿਹੜੀ ਆ ਉਹ ਉਸ ਸ਼ਬਦ ਦੇ ਨਾਲ ਆ ਜਿੱਥੇ ਗੁਰੂ ਮਹਾਰਾਜ ਨੇ ਰਸ ਦੀ ਗੱਲ ਕਰਦਿਆਂ ਕਿਹਾ, ਕਹਿੰਦੇ ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ। ਜਿਹਨੇ ਹਰੀ ਦੇ ਨਾਮ ਦਾ ਰਸ ਚੱਖ ਲਿਆ ਨਾ, ਉਹਦੇ ਬਾਕੀ ਸਾਰੇ ਸਵਾਦ ਮੁੱਕ ਜਾਂਦੇ ਆ। ਫਿਰ ਹੋਰ ਪਾਸੇ ਉਹਦਾ ਧਿਆਨ ਨਹੀਂ ਜਾਂਦਾ, ਫਿਰ ਹੋਰ ਰਸ ਲੈਣ ਵੱਲ ਉਹਦਾ ਧਿਆਨ ਨਹੀਂ ਜਾਂਦਾ। ਕਈ ਦੋ ਤਰ੍ਹਾਂ ਦੇ ਪ੍ਰਾਣੀ ਨੇ। ਇੱਕ ਨੇ ਖੰਡੇ ਦੀ ਪੌਲ ਲੈ ਲਈ, ਪੰਜਾਂ ਪਿਆਰਿਆਂ ਦੇ ਕੋਲੋਂ ਦਾਤ ਲੈ ਲਈ ਅੰਮ੍ਰਿਤ ਦੀ, ਪਰ ਉਹ ਕਹਿੰਦੇ ਅਸੀਂ ਖੰਡੇ ਦੀ ਪੌਲ ਤਾਂ ਲੈ ਲਈ ਹੈ, ਪਰ ਜਦੋਂ ਹੁੰਦੀ ਹੈ ਸ਼ਾਮ ਜਾਂ ਕਿਤੇ ਚਾਰ ਮਿੱਤਰ ਇਕੱਠੇ ਹੁੰਦੇ ਆ, ਫਿਰ ਧਿਆਨ ਦੂਜੇ ਰਸ ਵੱਲ ਚਲਾ ਜਾਂਦਾ ਹੈ। ਇਹਦਾ ਮਤਲਬ ਤੂੰ ਅੰਮ੍ਰਿਤ ਰਸ ਖੰਡੇ ਦੀ ਪੌਲ ਦਾ ਰਸ ਤੇ ਲੈ ਲਿਆ, ਪਰ ਤੈਨੂੰ ਸਮਝ ਨਹੀਂ ਆਈ ਵੀ ਮੈਂ ਰਸ ਕਿਹੜਾ ਪੀ ਕੇ ਆਇਆ, ਮੈਂ ਕਿਹੜਾ ਅੰਮ੍ਰਿਤ ਪੀ ਕੇ ਆਇਆ, ਤੈਨੂੰ ਸਮਝ ਨਹੀਂ ਆਈ। ਇਸੇ ਲਈ ਹਜੇ ਧਿਆਨ ਤੇਰਾ ਹੋਰ ਰਸ ਵੱਲ ਜਾਂਦਾ ਹੈ। ਕਈ ਖੰਡੇ ਦੀ ਪੌਲ ਲੈ ਕੇ ਵੀ ਹੋਰ ਰਸ ਵਿੱਚ ਗਲਤਾਨ ਹੋ ਗਏ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਈ ਵੀ ਮੈਂ ਰਸ ਕਿਹੜਾ ਪੀ ਕੇ ਆਇਆ। ਇੱਕ ਉਹ ਮਿਲਦੇ ਆ ਜਿਹੜੇ ਕਹਿੰਦੇ ਮਨ ਬੜਾ ਕਰਦਾ ਹੈ, ਚਿੱਤ ਬੜਾ ਕਰਦਾ ਹੈ ਵੀ ਮੈਂ ਵੀ ਖੰਡੇ ਦੀ ਪੌਲ ਲਵਾਂ, ਅੰਮ੍ਰਿਤ ਰਸ ਪੀਵਾਂ, ਪਰ ਕੀ ਕਰਾਂ, ਇਹ ਮਨ ਜਿਹੜਾ ਨਾ ਇਹ ਬੇਈਮਾਨ ਹੋ ਜਾਂਦਾ ਹੈ। ਜਦੋਂ ਹੀ ਚਾਰ ਮਿੱਤਰ ਬੈਠਦੇ ਆ ਤੇ ਦੂਜੇ ਰਸ ਵੱਲ ਧਿਆਨ ਚਲਾ ਜਾਂਦਾ ਹੈ ਵੀ ਆਹ ਰਸ ਪੀਣਾ, ਜਿਵੇਂ ਸ਼ਰਾਬ ਦਾ ਰਸ ਹੋ ਗਿਆ, ਵੀ ਆਹ ਰਸ ਜਿਹੜਾ ਮੈਂ ਆਹ ਰਸ ਪੀਣਾ ਹੈ। ਇਹਦਾ ਮਤਲਬ ਹਜੇ ਨਾਮ ਰਸ ਦਾ ਸਵਾਦ ਚੱਖਿਆ ਹੀ ਨਹੀਂ। ਜੇ ਨਾਮ ਰਸ ਦਾ ਸਵਾਦ ਚੱਖਿਆ ਹੁੰਦਾ ਤੇ ਖਿੰਨ ਵਿੱਚ ਸਾਰੇ ਹੀ ਰਸ ਫਿੱਕੇ ਪੈ ਜਾਣੇ ਸੀ, ਸਾਰੇ ਰਸ ਕੌੜੇ ਲੱਗਣੇ ਸੀ। ਅਜੇ ਨਾਮ ਕੌੜਾ ਲੱਗਦਾ ਹੈ, ਦੁਨੀਆ ਦੇ ਰਸ ਮਿੱਠੇ ਲੱਗਦੇ ਆ, ਪਰ ਜਿਸ ਦਿਨ ਨਾਮ ਰਸ ਚੱਖ ਲਓਗੇ ਉਸ ਦਿਨ ਦੁਨੀਆ ਦੇ ਸਾਰੇ ਰਸ ਫਿੱਕੇ ਪੈ ਜਾਣੇ ਆ। ਚੱਖਿਆ ਨਹੀਂ ਨਾ ਹਜੇ, ਇਸ ਲਈ ਧਿਆਨ ਹੋਰ ਪਾਸੇ ਜਾਂਦਾ ਹੈ। ਜਿਨ੍ਹਾਂ ਨੇ ਰਸ ਚੱਖ ਲਿਆ ਉਹਦਾ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ, ਉਹ ਤੇ ਟਿਕ ਜਾਂਦਾ ਹੈ। ਤੇ ਜਿਨ੍ਹਾਂ ਨੇ ਹਜੇ ਨਾਮ ਰਸ ਲਿਆ ਹੀ ਨਹੀਂ, ਉਹਨਾਂ ਦਾ ਧਿਆਨ ਹੋਰ ਸਵਾਦਾਂ ਵਿੱਚ ਪਿਆ ਹੋਇਆ ਹੈ। ਉਹ ਹੋਰ ਸਵਾਦ ਮੰਨਣਾ ਚਾਹੁੰਦੇ ਆ। ਆਨ ਰਸਾ ਜੇਤੇ ਤੈਂ ਚਾਖੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਖ ਹੈ। ਜਿਹੜੇ ਹੋਰ ਰਸ ਨੇ ਨਾ, ਇਹ ਤ੍ਰਿਸ਼ਨਾ ਲੱਥਦੀ ਨਹੀਂ ਹੈ, ਸਗੋਂ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਹਰ ਰਸ ਕਾ ਤੂੰ ਚਾਖੈ, ਸਾਧ ਚਾਖਤ ਹੋਏ ਰਹੈ ਬਿਸਮਾਦ। ਜਿਦਨ ਆਹ ਰਸ ਚੱਖ ਲਓਗੇ ਨਾ ਬਾਣੀ ਦਾ, ਨਾਮ ਦਾ, ਉਸ ਦਿਨ ਬਿਸਮਾਦ ਵਿੱਚ ਚਲੇ ਜਾਣਗੇ। ਆਪ ਹੋਰ ਰਸ ਚੱਖਣ ਵੱਲ ਧਿਆਨ ਹੀ ਨਹੀਂ ਜਾਏਗਾ। ਬਾਬਾ ਫਰੀਦ ਸਾਹਿਬ, ਕਿੰਨੀ ਸ਼ੱਕਰ ਖਾਧੀ ਬਾਬਾ ਫਰੀਦ ਸਾਹਿਬ ਨੇ,
ਇੰਨੀ ਸ਼ੱਕਰ ਖਾਧੀ ਹੈ ਕਿ ਇੱਕ ਦਿਨ ਨਾਮ ਹੀ ਉਹਨਾਂ ਦਾ ਸ਼ੱਕਰ ਗੰਜ ਪੈ ਗਿਆ। ਬਾਬਾ ਫਰੀਦ ਸਾਹਿਬ ਨੂੰ ਸ਼ੱਕਰ ਗੰਜ ਕਹਿਣ ਲੱਗ ਪਏ ਲੋਕ। ਕਿਉਂ ਕਹਿਣ ਲੱਗ ਪਏ? ਕਿਉਂਕਿ ਸ਼ੱਕਰ ਹੀ ਖਾਂਦੇ ਨੇ ਬਹੁਤ। ਤੇ ਸ਼ੁਰੂਆਤ ਵੀ ਉਹਨਾਂ ਦੀ ਜਿਹੜੀ ਬੰਦਗੀ ਦੀ ਸ਼ੁਰੂਆਤ ਹੈ, ਖੁਦਾ ਦੇ ਰੰਗ ਵਿੱਚ ਰੰਗਣ ਦੀ ਸ਼ੁਰੂਆਤ ਹੈ, ਉਹ ਵੀ ਬਾਬਾ ਫਰੀਦ ਸਾਹਿਬ ਦੀ ਸ਼ੱਕਰ ਤੋਂ ਹੀ ਹੈ। ਮਾਂ ਨੇ ਸ਼ੱਕਰ ਦੀ ਪੁੜੀ ਦੇਣੀ ਤੇ ਖੁਦਾ ਦੀ ਬੰਦਗੀ ਵਿੱਚ ਜੁੜਨਾ। ਇੱਕ ਦਿਨ ਕਹਿੰਦੇ ਆ ਵੀ ਮੈਨੂੰ ਸ਼ੱਕਰ ਸਵਾਦ ਨਹੀਂ ਲੱਗਦੀ, ਅੱਜ ਮੈਂ ਸ਼ੱਕਰ ਨਹੀਂ ਖਾਣੀ। ਮਾਂ ਨੇ ਆਖਿਆ ਵੀ ਸਾਰੀ ਜ਼ਿੰਦਗੀ ਸ਼ੱਕਰ ਦਾ ਸਵਾਦ ਲਿਆ ਤੇ ਅੱਜ ਕਿਉਂ ਨਹੀਂ ਇਹ ਸ਼ੱਕਰ ਖਾਣੀ, ਅੱਜ ਕਿਉਂ ਨਹੀਂ ਇਹ ਸਵਾਦ ਲੱਗਦੀ? ਕਹਿਣ ਲੱਗੇ ਅੱਜ ਮੈਨੂੰ ਇਹਦੇ ਨਾਲੋਂ ਵੀ ਜ਼ਿਆਦਾ ਮਿੱਠਾ ਰਸ ਮਿਲ ਗਿਆ। ਜਦੋਂ ਮੈਂ ਉਹ ਸਵਾਦ ਚੱਖਿਆ ਨਾ ਤੇ ਮੈਨੂੰ ਸਾਰੇ ਹੀ ਰਸ ਭੁੱਲ ਗਏ ਨੇ। ਹੁਣ ਸ਼ੱਕਰ ਵੀ ਮੈਨੂੰ ਚੰਗੀ ਨਹੀਂ ਲੱਗਦੀ, ਸ਼ੱਕਰ ਵੀ ਮੈਨੂੰ ਸਵਾਦ ਨਹੀਂ ਲੱਗਦੀ। ਇਸ ਲਈ ਆਖਿਆ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਹੁਣ ਪਰਮੇਸ਼ਵਰ ਦਾ ਨਾਮ ਹੀ ਮਿੱਠਾ ਲੱਗਣ ਲੱਗ ਪਿਆ, ਮੈਨੂੰ ਇਹੀ ਹੁਣ ਸਵਾਦ ਲੱਗਦਾ, ਮੈਂ ਇਹਦੇ ਵਿੱਚ ਹੀ ਹਰ ਵੇਲੇ ਲੀਨ ਹੋਇਆ ਰਹਿਣਾ ਚਾਹੁੰਦਾ, ਦਿਨ ਰਾਤ ਇਹ ਰਸ ਮੈਂ ਮੰਨਣਾ ਚਾਹੁੰਦਾ ਹਾਂ। ਦੁਨੀਆ ਦੇ ਵਿਕਾਰਾਂ ਦੇ ਰਸ ਹੋਣ ਜਾਂ ਕੋਈ ਵੀ ਰਸ ਹੋਵੇ, ਉਹ ਜੇ ਅਸੀਂ ਆਪਣੀ ਹੱਦ ਤੋਂ ਵੱਧ ਲਵਾਂਗੇ ਤੇ ਨੁਕਸਾਨ ਹੀ ਨੁਕਸਾਨ ਹੈ। ਜਿੰਨੀ ਸਾਡੀ ਲਿਮਟ ਹੈ ਉਹਦੇ ਨਾਲੋਂ ਵੱਧ ਲਵਾਂਗੇ ਤੇ ਨੁਕਸਾਨ ਹੀ ਨੁਕਸਾਨ ਹੈ। ਪਰ ਨਾਮ ਰਸ ਐਸਾ, ਅੰਮ੍ਰਿਤ ਰਸ ਐਸਾ ਹੈ ਕਿ ਤੁਸੀਂ ਦਿਨ ਰਾਤ ਇਹ ਰਸ ਮਾਣੀ ਚੱਲੋ, ਇਹ ਦਿਨ ਰਾਤ ਰਸ ਪੀ ਚੱਲੋ, ਇਹਦਾ ਨੁਕਸਾਨ ਨਹੀਂ ਹੋਏਗਾ। ਸਗੋਂ ਜੋ ਜ਼ਿੰਦਗੀ ਨੁਕਸਾਨੀ ਗਈ ਹੈ ਉਹ ਦੁਬਾਰਾ ਫਿਰ ਉਹਦੇ ਵਿੱਚ ਸਾਨੂੰ ਲਾਭ ਹੀ ਮਿਲੇਗਾ, ਨੁਕਸਾਨ ਨਹੀਂ ਹੋਏਗਾ। ਤਾਂ ਮਹਾਰਾਜ ਨੇ ਆਖਿਆ ਵੀ ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨ ਮੈਂ ਲੈ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਜਿਹੜੇ ਨਾਮ ਰਸ ਵਿੱਚ ਮਤੇ ਉਹ ਤਾਂ ਸਦਾ ਆਨੰਦ ਵਿੱਚ ਰਹਿੰਦੇ ਆ, ਉਹ ਫਿਰ ਲੱਚਰ ਗੀਤ ਨਹੀਂ ਸੁਣਦੇ, ਉਹ ਮਾੜੇ ਤੇ ਭੈੜੇ ਗੀਤ ਨਹੀਂ ਸੁਣਦੇ, ਉਹਨਾਂ ਦਾ ਮਨ ਉੱਥੇ ਕਾਲਾ ਪੈ ਜਾਂਦਾ ਹੈ। ਕਿਉਂਕਿ ਹਰ ਰਸ ਪੀਵੇ ਅਲ ਮਸਤ ਮਤਵਾਰਾ, ਉਹ ਹਰੀ ਦੇ ਨਾਮ ਨੂੰ ਰਸ ਨੂੰ ਪੀ ਕੇ ਮਤ ਵਾਰੇ ਹੋਏ ਹੁੰਦੇ ਆ, ਮਸਤੇ ਹੁੰਦੇ ਆ, ਉਹਨਾਂ ਨੂੰ ਹੋਰ ਕੋਈ ਬੋਲ ਚੰਗਾ ਹੀ ਨਹੀਂ ਲੱਗਦਾ। ਨਾ ਕੰਨਾਂ ਨਾਲ ਸੁਣਨਾ ਹੋਰ ਬੋਲ ਚੰਗਾ ਲੱਗਦਾ ਤੇ ਨਾ ਜ਼ੁਬਾਨ ਤੋਂ ਕੋਈ ਵੀ ਮਾੜਾ ਭੈੜਾ ਸ਼ਬਦ ਬੋਲਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਕਈ ਵਾਰ ਬੇਨਤੀ ਕੀਤੀ ਹੈ ਕਿ ਜਿਸ ਜ਼ੁਬਾਨ ਤੋਂ ਗੁਰਬਾਣੀ ਦਾ ਰਸ ਲੈਂਦੇ ਹੋ ਉਸੇ ਜ਼ੁਬਾਨ ਤੋਂ ਭੈੜੇ ਬੋਲ ਕਿੱਦਾਂ ਬੋਲ ਲੈਂਦੇ ਹੋ, ਉਸ ਜ਼ੁਬਾਨ ਤੋਂ ਮਾੜੇ ਭੈੜੇ ਬੋਲ ਕਿੱਦਾਂ ਬੋਲ ਲੈਂਦੇ ਹੋ। ਇਸੇ ਮੁਖ ਤੋਂ ਅਸੀਂ ਬਾਣੀ ਪੜ੍ਹ ਰਹੇ ਹਾਂ, ਪਰਮਾਤਮਾ ਦਾ ਨਾਮ ਜਪ ਰਹੇ ਹਾਂ, ਇਸੇ ਮੁਖ ਤੋਂ ਨਾਮ ਰਸ ਪੀ ਰਹੇ ਹਾਂ, ਇਸੇ ਮੁਖ ਤੋਂ ਵਿਕਾਰਾਂ ਦਾ ਰਸ ਪੀ ਰਹੇ ਹਾਂ। ਮੂੰਹ ਤੇ ਇੱਕੋ ਹੀ ਹੈ। ਇਸ ਲਈ ਆਖਿਆ ਸੀ ਰਸਨਾ ਤੂੰ ਰਸ ਦੂਜਿਆਂ ਦੇ ਮਨ ਦੀਆਂ, ਅਜੇ ਨਾਮ ਰਸ ਨਹੀਂ ਨਾ ਚੱਕਿਆ, ਇਸ ਲਈ ਤੇਰੀ ਤ੍ਰਿਪਤੀ ਹੋ ਹੀ ਨਹੀਂ ਸਕਦੀ। ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਜਾਣੀ ਨਹੀਂ। ਉਰਜਿਓ ਕਨਕ ਕਾਮਨੀ ਕੇ ਰਸ, ਹਜੇ ਮਨ ਕਨਕ ਕਾਮਨੀ ਦੇ ਰਸ ਵਿੱਚ ਹੀ ਉਰਜਿਆ ਪਿਆ ਹੈ, ਇਹਨਾਂ ਦੇ ਵਿੱਚ ਹੀ ਗਲਤਾਨ ਹੋਇਆ ਤੇ ਇਸੇ ਲਈ ਇਹ ਗੁਨਾਹ ਕਰ ਰਿਹਾ ਹੈ, ਪਾਪ ਕਰ ਰਿਹਾ ਹੈ, ਇਹ ਇਨਸਾਨ ਅਪਰਾਧੀ ਬਣ ਰਿਹਾ ਹੈ। ਇਸੇ ਵਾਸਤੇ ਇਹ ਮਨੁੱਖ ਕੁਰਾਹੇ ਪਿਆ ਹੋਇਆ ਹੈ, ਕਿਉਂਕਿ ਇਹ ਹੋਰ ਸਵਾਦ ਮੰਨਣਾ ਚਾਹੁੰਦਾ ਹੈ, ਹੋਰ ਰਸ ਲੈਣਾ ਚਾਹੁੰਦਾ ਹੈ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹੋਛੇ ਰਸ ਨੇ, ਫਿੱਕੇ ਰਸ ਨੇ, ਇਹ ਪਹਿਲਾਂ ਤੈਨੂੰ ਸਵਾਦ ਲੱਗਣਗੇ, ਮਿੱਠੇ ਲੱਗਣਗੇ, ਬਾਅਦ ਵਿੱਚ ਖਿਨਮੈ ਕੌੜੇ ਹੋਏ ਗਏ। ਜਿਤਨੇ ਮਾਇਆ ਭੋਗ, ਆ ਜਿੰਨੇ ਵੀ ਮਾਇਆ ਵੀ ਭੋਗ ਭੋਗਦਾ ਪਿਆ ਨਾ, ਸਵਾਦ ਮਾਣਦਾ ਪਿਆ, ਇਹ ਅੱਜ ਮਿੱਠੇ ਲੱਗਦੇ ਆ, ਇੱਕ ਪਲ ਵਿੱਚ ਕੌੜੇ ਹੋ ਜਾਣੇ ਆ। ਇੱਕ ਪਲ 'ਚ ਜਦੋਂ ਇੱਕ ਪਲ ਵਿੱਚ ਕੌੜੇ ਹੋ ਗਏ ਨਾ, ਫਿਰ ਤੂੰ ਧਾਹਾਂ ਮਾਰ ਮਾਰ ਕੇ ਰੋਏਗਾ
ਵੀ ਮੈਂ ਆ ਕੀ ਕਰ ਬੈਠਾ, ਇਹ ਕੀ ਕਰ ਬੈਠਾ, ਉਦੋਂ ਫਿਰ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਅੱਜ ਬਹੁਤ ਐਸੇ ਪ੍ਰਾਣੀ ਨੇ ਜਿਨ੍ਹਾਂ ਦੇ ਅੰਦਰੋਂ ਫੇਫੜੇ ਗਲ ਚੁੱਕੇ ਨੇ, ਸ਼ਰਾਬ ਪੀ ਪੀ ਕੇ ਫੇਫੜੇ ਗਲ ਚੁੱਕੇ ਨੇ, ਗੁਰਦੇ ਉਹਨਾਂ ਦੇ ਜਿਹੜੇ ਨੇ ਖਤਮ ਹੋਣ ਤੇ ਆ ਗਏ ਆ। ਡਾਕਟਰ ਕਹਿੰਦੇ ਆ ਵੀ ਜੇ ਦੁਬਾਰਾ ਤੂੰ ਆ ਰਸ ਲਿਆ ਤੇ ਤੇਰੀ ਮੌਤ ਹੋ ਸਕਦੀ ਹੈ, ਪਰ ਪਰਵਾਹ ਨਹੀਂ। ਇੱਕ ਦਿਨ, 2 ਦਿਨ, 3 ਦਿਨ, 4 ਦਿਨ ਛੱਡਦਾ ਹੈ, ਮਨ ਨੂੰ ਸਮਝਾਉਂਦਾ ਹੈ, 5ਵੇਂ ਦਿਨ ਫਿਰ ਉਹੀ ਰਸ ਪੀ ਰਿਹਾ, ਜਦ ਕਿ ਪਤਾ ਹੈ ਵੀ ਇਹਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ, ਇਹਨੇ ਮੇਰੇ ਜੀਵਨ ਨੂੰ ਨਰਕ ਬਣਾ ਕੇ ਰੱਖ ਦਿੱਤਾ। ਇਸ ਰਸ ਨੇ ਮੇਰੇ ਘਰ ਦੀ ਸੁੱਖ ਸ਼ਾਂਤੀ ਨੂੰ ਖਤਮ ਕਰ ਦਿੱਤਾ। ਫਿਰ ਵੀ ਉਸੇ ਰਸ ਪਾਸੇ ਜਾਣਾ ਚਾਹੁੰਦਾ ਹੈ, ਫਿਰ ਵੀ ਉਹੀ ਰਸ ਲੈਣਾ ਚਾਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਉਹ ਰਸ ਪੀ, ਤੂੰ ਹੋਛੇ ਰਸ ਵਿੱਚ ਮੱਤਿਆ ਪਿਆ, ਮਸਤ ਹੋਇਆ ਪਿਆ। ਤੂੰ ਉਹ ਰਸ ਪੀ ਜਿਹੜਾ ਰਸ ਪੀ ਕੇ ਤੇਰੇ ਘਰ ਵਿੱਚ ਸੁੱਖ ਸ਼ਾਂਤੀ ਬਣੇ, ਤੇਰੇ ਘਰ 'ਚ ਬਰਕਤ ਪਵੇ, ਤੇਰੇ ਘਰ ਦੇ ਵਿੱਚ ਖੁਸ਼ੀਆਂ। ਧਿਆਨ ਰੱਖਿਓ, ਇੱਕ ਤਾਂ ਇਹ ਰਸ ਜਿਹੜਾ ਅਸੀਂ ਪੀਂਦੇ ਆ ਵਿਕਾਰਾ, ਇੱਕ ਸਾਡੇ ਅੰਦਰ ਹੰਕਾਰ ਦਾ ਵੀ ਜਿਹੜਾ ਨਸ਼ਾ ਚੜਿਆ, ਉਹ ਰਸ ਬੰਦਾ ਹੰਕਾਰ ਦਾ ਵੀ ਪੀਣਾ ਚਾਹੁੰਦਾ ਹੈ। ਹੰਕਾਰ ਦੇ ਵਿੱਚ ਆਪਣੀ ਸਿਫਤ ਸੁਣਨਾ ਚਾਹੁੰਦਾ ਹੈ, ਆਪਣੀ ਵਡਿਆਈ ਸੁਣਨਾ ਚਾਹੁੰਦਾ ਹੈ, ਆਪਣੀ ਚੰਗਿਆਈ ਸੁਣਨਾ ਚਾਹੁੰਦਾ ਹੈ, ਬੁਰਿਆਈ ਨਹੀਂ ਸੁਣਨਾ ਚਾਹੁੰਦਾ, ਆਪਣੀ ਖਾਮੀਆਂ ਨਹੀਂ ਸੁਣਨਾ ਚਾਹੁੰਦਾ, ਆਪਣੀਆਂ ਕਮੀਆਂ ਨਹੀਂ ਸੁਣਨਾ ਚਾਹੁੰਦਾ। ਜੇ ਸੁਣਨਾ ਚਾਹੁੰਦਾ ਹੈ ਤੇ ਦੂਜਿਆਂ ਦੀਆਂ ਸੁਣਨਾ ਚਾਹੁੰਦਾ ਹੈ। ਇਹ ਵੀ ਇੱਕ ਰਸ ਹੈ ਵੀ ਮੇਰੀ ਵਡਿਆਈ ਹੋਵੇ, ਮੇਰੀ ਸ਼ੋਭਾ ਹੋਵੇ, ਕੋਈ ਮੇਰੇ ਵਿੱਚ ਕਮੀ ਨਾ ਕੱਢੇ, ਕੋਈ ਖਾਮੀ ਨਾ ਮੇਰੀ ਅੰਦਰ ਦੀ ਮੇਰੇ ਸਾਹਮਣੇ ਬਿਆਨ ਕਰੇ। ਮੇਰੇ ਸਾਹਮਣੇ ਜੇ ਕੋਈ ਕਿਸੇ ਦੀ ਬੁਰਿਆਈ ਕਰੇ ਤੇ ਦੂਜਿਆਂ ਦੀ ਕਰੇ, ਮੇਰੀ ਨਾ ਕਰੇ। ਜੇ ਕੋਈ ਉਹਦੇ ਸਾਹਮਣੇ ਮੁਖ ਤੇ ਕਹਿ ਦੇਵੇ ਕਿ ਤੇਰੇ ਵਿੱਚ ਆਹ ਖਾਮੀਆਂ ਨੇ, ਬਸ ਉਸੇ ਵੇਲੇ ਮੱਥੇ ਤੇ ਵੱਟ, ਫਿਰ ਉਹ ਇਨਸਾਨ ਚੰਗਾ ਨਹੀਂ ਲੱਗਣਾ। ਇਹ ਵੀ ਇੱਕ ਰਸ ਹੈ। ਅਸੀਂ ਆਪਣੀ ਉਸਤਤ ਵਡਿਆਈ ਸੁਣਨਾ ਚਾਹੁੰਦੇ ਹਾਂ, ਪਰ ਦੂਜਿਆਂ ਦੀ ਬੁਰਿਆਈ ਹੀ ਸੁਣਨਾ ਚਾਹੁੰਦੇ ਹਾਂ। ਆਪਣੀ ਬੁਰਿਆਈ ਸੁਣਨਾ ਨਹੀਂ ਚਾਹੁੰਦੇ, ਦੂਜਿਆਂ ਦੀ ਵਡਿਆਈ ਸੁਣਨਾ ਨਹੀਂ ਚਾਹੁੰਦੇ। ਇਹ ਵੀ ਇੱਕ ਰਸ ਹੈ, ਇਹ ਵੀ ਇੱਕ ਸਵਾਦ ਬਣਿਆ ਹੋਇਆ ਹੈ। ਇਹ ਸਾਰੇ ਦੇ ਸਾਰੇ ਹੋਛੇ ਰਸ ਨੇ, ਹੋਛੇ ਫਿੱਕੇ ਪੈ ਜਾਣ ਵਾਲੇ, ਕੌੜੇ ਹੋ ਜਾਣ ਵਾਲੇ। ਇਹਨਾਂ ਨਾਲ ਜੀਵਨ ਦੁਖਦਾਈ ਹੋ ਜਾਏਗਾ, ਸੁਖਦਾਈ ਜੀਵਨ ਨਹੀਂ ਬਣਨਾ ਇਹਨਾਂ ਨਾਲ। ਇਸੇ ਲਈ ਸਾਨੂੰ ਗੁਰਬਾਣੀ ਦੇ ਰਾਹੀਂ ਅੰਮ੍ਰਿਤ ਰਸ ਦਿੱਤਾ ਸੀ। ਜੇ ਮਹਾਰਾਜ ਨੇ ਖੰਡੇ ਦੀ ਵੀ ਪੌਲ ਦਿੱਤੀ ਹੈ ਤੇ ਇਕੱਲੇ ਪਾਣੀ ਤੇ ਪਤਾਸਿਆਂ ਨੂੰ ਘੁਲ ਕੇ ਥੋੜੀ ਦਿੱਤੀ ਹੈ, ਉਹਦੇ ਵਿੱਚ ਵੀ ਗੁਰਬਾਣੀ ਦਾ ਰਸ ਪਾਇਆ, ਉਹਦੇ ਵਿੱਚ ਵੀ ਗੁਰਬਾਣੀ ਦਾ ਰਸ ਹੈ। ਆਪ ਜੀ ਨੂੰ ਪਤਾ ਹੈ ਕਿ ਜਦੋਂ 5 ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਆਪਣੀ ਸੁਧਾਈ ਕਰਨੀ, ਫਿਰ ਗੁਰੂ ਮਹਾਰਾਜ ਤੋਂ ਆਗਿਆ ਲੈਣੀ, ਆਗਿਆ ਲੈ ਕਰਕੇ ਫਿਰ ਜਿਹੜਾ ਖੰਡੇ ਦੀ ਪੌਲ ਤਿਆਰ ਕਰਨੀ ਆ, ਤੇ ਉਹ ਖੰਡੇ ਦੀ ਪੌਲ 5 ਪਿਆਰੇ ਤਿਆਰ ਕਰਦੇ ਆ, ਤੇ 5 ਦੇ ਜਿਹੜੇ 2-2 ਹੱਥ ਨੇ ਉਸ ਬਾਟੇ ਦੇ ਨਾਲ ਹੁੰਦੇ ਨੇ। ਸਿਰਫ ਇੱਕ ਜਿਹਨੇ ਬਾਣੀ ਪੜ੍ਹਨੀ ਹੈ ਤੇ ਖੰਡਾ ਚਲਾਉਣਾ, ਉਹਦੇ ਇੱਕ ਹੱਥ ਦੇ ਵਿੱਚ ਖੰਡਾ ਹੈ, ਬਾਕੀ ਸਾਰਿਆਂ ਦੇ ਹੱਥ ਉਸ ਬਾਟੇ ਦੇ ਨਾਲ ਹੁੰਦੇ ਆ। ਨਜ਼ਰ ਉਸ ਬਾਟੇ ਵਿੱਚ, ਧਿਆਨ ਉਸ ਬਾਟੇ ਵਿੱਚ ਹੁੰਦਾ ਹੈ, ਤੇ ਇੱਕ ਹੱਥ ਸਿਰਫ ਖੰਡਾ ਚੱਲਦਾ ਹੁੰਦਾ ਹੈ ਤੇ ਨਾਲ ਗੁਰਬਾਣੀ ਚੱਲ ਰਹੀ ਹੁੰਦੀ, ਤਾਂ ਉਹ ਅੰਮ੍ਰਿਤ ਬਣਨਾ। ਪਤਾਸੇ ਘੋਲ ਕੇ ਤੇ ਕੋਈ ਵੀ ਪਿਆ ਦੇਗਾ। ਇੰਨਾ ਸੌਖਾ ਨਹੀਂ ਸੀ ਜਿੰਨਾ ਅਸੀਂ ਸਮਝ ਲਿਆ ਜਾਂ ਅਸੀਂ ਬਣਾ ਦਿੱਤਾ। ਇੰਨੇ ਵੀ ਅਸੀਂ ਅਣਜਾਣ ਨਹੀਂ ਸੀ ਕਿ ਕਿਸੇ ਨੇ ਸ਼ਰਬਤ ਵੀ ਘੋਲ ਕੇ ਪਿਆਇਆ ਤੇ ਉਹ ਵੀ ਅੰਮ੍ਰਿਤ ਸਮਝ ਕੇ ਪੀ ਲਿਆ। ਇਹ ਅੰਮ੍ਰਿਤ ਕੋਈ ਬਾਜ਼ਾਰਾਂ 'ਚ ਥੋੜੀ ਵਿਕਦਾ ਹੈ, ਇਹ ਕੋਈ ਤੁਹਾਨੂੰ ਬਣਿਆ ਬਣਾਇਆ ਬੋਤਲਾਂ ਵਿੱਚ ਬੰਦ ਹੋ ਕੇ ਤੁਹਾਨੂੰ ਅੰਮ੍ਰਿਤ ਥੋੜੀ ਮਿਲਣਾ ਹੈ। ਇਹਦੇ ਲਈ ਸੀਸ ਭੇਟ ਕਰਨਾ ਪੈਂਦਾ ਹੈ, ਇਹਦੇ ਲਈ ਆਪਣਾ ਆਪਾ ਕੁਰਬਾਨ ਕਰਨਾ ਪੈਂਦਾ ਹੈ। ਔਰ ਇਹ ਖੰਡੇ ਦੀ ਪੌਲ ਕਿਤੇ ਮਹਾਰਾਜ ਨੇ ਇੱਕੋ ਦਿਨ 'ਚ ਤਿਆਰ ਕਰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਸਫ਼ਰ ਤੈਅ ਕਰਨਾ ਪਿਆ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਸਫ਼ਰ ਤੈਅ ਕਰ ਕਰਕੇ ਵਿੱਚ ਸ਼ਹਾਦਤਾਂ ਵੀ ਹੋਈਆਂ, ਤਤੀ ਤਵੀ ਤੇ ਵੀ ਬਹਿਣਾ ਪਿਆ। ਇਹ ਅੰਮ੍ਰਿਤ ਐਵੇਂ ਥੋੜੀ ਮਿਲ ਗਿਆ ਜਿਹਨੂੰ ਆਪਾਂ ਖੇਡ ਸਮਝ ਲਿਆ। ਕਈ ਕਹਿੰਦੇ ਜੀ ਅਸੀਂ ਤੇ 4 ਵਾਰੀ ਛੱਕ ਚੁੱਕੇ ਹਾਂ। ਖੇਡ ਹੀ ਆ ਫਿਰ, ਜਿਹਨੂੰ ਸਮਝ ਨਹੀਂ ਆਈ ਵੀ ਮੈਂ 5 ਪਿਆਰਿਆਂ ਤੋਂ ਕਿਹੜੀ ਦਾਤ ਲੈ ਕੇ ਆਇਆ, ਜਿਹਨੂੰ 1 ਵਾਰ ਨਹੀਂ 2 ਵਾਰ ਨਹੀਂ 3 ਵਾਰ ਨਹੀਂ ਸਮਝ ਆਈ, ਇਹਦਾ ਮਤਲਬ ਉਹਦੇ ਲਈ ਤਾਂ ਖੇਡ ਹੀ ਹੈ। ਇਹ ਸੀਸ ਭੇਟ ਕਰਨਾ ਪੈਂਦਾ ਹੈ, ਆਪਣਾ ਆਪਾ ਕੁਰਬਾਨ ਕਰਨਾ ਪੈਂਦਾ ਹੈ, ਇਹ ਤਾਂ ਜਾ ਕੇ ਇਹ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਇਹ ਇੱਕ ਦਿਨ ਦੇ ਵਿੱਚ ਨਹੀਂ ਵੀ ਲਿਆਓ ਜੀ ਪਾਣੀ ਲਿਆਓ ਤੇ ਪਤਾਸੇ ਲਿਆਓ ਤੇ ਘੋਲ ਕੇ ਪਿਆ ਦਿਓ, ਨਹੀਂ। ਇਹਦੇ ਲਈ ਤਤੀ ਤਵੀ ਤੇ ਬੈਠਣਾ ਪਿਆ ਇਹ ਅੰਮ੍ਰਿਤ ਸਾਨੂੰ ਦੇਣ ਵਾਸਤੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕਰਾਇਆ ਤੇ ਉਹਦੇ ਲਈ ਤਤੀ ਤਵੀ ਤੇ ਬੈਠਣਾ ਪਿਆ। ਐਵੇਂ ਨਹੀਂ ਸਾਨੂੰ ਇਹ ਅੰਮ੍ਰਿਤ ਦੇ ਦਿੱਤਾ ਵੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇਹ ਅੰਮ੍ਰਿਤ ਰਸ ਨੂੰ ਦੇਣ ਵਾਸਤੇ ਬੜੀਆਂ ਕੁਰਬਾਨੀਆਂ ਹੋਈਆਂ ਨੇ, ਬੜਾ ਜਿਹੜਾ ਉਹ ਸੰਘਰਸ਼ ਕਰਨਾ ਪਿਆ, ਤਾਂ ਜਾ ਕੇ ਇਹ ਖੰਡੇ ਦੀ ਪੌਲ ਤਿਆਰ ਹੁੰਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ 5 ਨੂੰ ਸਾਜ ਕੇ 5 ਪਿਆਰਿਆਂ ਦੇ ਰੂਪ ਵਿੱਚ ਖਾਲਸੇ ਨੂੰ ਪ੍ਰਗਟ ਕੀਤਾ ਖੰਡੇ ਦੀ ਪੌਲ ਦੇ ਕੇ, ਤੇ ਮਹਾਰਾਜ ਨੇ ਇਹ ਵੀ ਕਿਹਾ ਕਿ ਜੇ ਇਹ ਦਾਤ ਦਿੱਤੀ ਹੈ ਤੇ ਮੈਂ ਆਪਣਾ ਆਪਾ ਤੇ ਪੂਰਾ ਪਰਿਵਾਰ ਵਾਰ ਦਿਆਂਗਾ। ਇੱਥੋਂ ਹੀ ਸਮਝ ਲਈਏ ਕਿ ਇਹ ਖੰਡੇ ਦੀ ਪੌਲ ਇੰਨੀ ਸਸਤੀ ਨਹੀਂ ਹੈ ਜਿੰਨੀ ਅਸੀਂ ਸਮਝ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਦਾ ਪੂਰਾ ਪਰਿਵਾਰ ਵਾਰਿਆ ਹੈ, ਇਹਦਾ ਮੁੱਲ ਦਿੱਤਾ ਹੈ, ਇਹਦੀ ਕੀਮਤ ਦਿੱਤੀ ਮਹਾਰਾਜ ਨੇ। ਅਸੀਂ ਕਿੱਥੋਂ ਦੇ ਦਾਂਗੇ ਇਹ ਮੁੱਲ? ਇਸ ਲਈ ਇਹਨੂੰ ਸਮਝੀਏ ਤੇ ਇਹਦਾ ਰਸ ਜਿਹੜਾ ਹੈ ਉਹਨੂੰ ਮਾਣੀਏ ਅੰਦਰੋਂ। ਇਹ ਨੁਕਸਾਨਦਾਇਕ ਨਹੀਂ ਹੈ, ਇਹਦੇ ਨਾਲ ਲਾਭ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ। ਇੱਕ ਦਿਨ ਆਪ ਜੀ ਨੂੰ ਨਾਲ ਇਹ ਗੱਲ ਵਿਚਾਰ ਸਾਂਝ ਪਾਈ ਸੀ, ਲੁਧਿਆਣੇ ਵਿੱਚ ਹੀ 5 ਪਿਆਰਿਆਂ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਪਰਿਵਾਰ ਦੇ ਜੀਆਂ ਦੇ ਵਿੱਚੋਂ ਦੀ ਦੱਸਿਆ ਸੀ ਪਿਛਲੇ ਸਮੇਂ ਵਿੱਚ ਵੀ ਇੱਕ ਪ੍ਰਾਣੀ ਮੰਜੇ ਤੇ ਪਿਆ, ਇੰਨਾ ਰੋਗ ਚਮੜੀ ਦਾ ਉਹਨੂੰ ਲੱਗਾ ਕਿ ਚਮੜੀ ਦਿਨੋਂ ਦਿਨ ਗਲ ਰਹੀ ਹੈ। ਮਾਸ ਹੈ ਨਾ ਜਿਹੜਾ, ਇਹ ਗਲ ਰਿਹਾ, ਇੰਨਾ ਗਲ ਰਿਹਾ ਵੀ ਜਿੱਥੋਂ ਗਲ ਜਾਂਦਾ ਉੱਥੇ ਜੇ ਹੱਥ ਲਾਈਏ ਉਹ ਮਾਸ ਹੱਥ 'ਚ ਹੀ ਆ ਜਾਂਦਾ। ਇੱਥੇ ਤੱਕ ਉਹਦੀ ਹਾਲਤ ਵਿਗੜ ਚੁੱਕੀ ਹੈ। ਪਰ ਉਹਦੀ ਇੱਕ ਇੱਛਾ ਹੈ ਕਿ ਮੈਂ ਨਿਗੁਰਾ ਹੋ ਕੇ ਦੁਨੀਆ ਤੋਂ ਨਹੀਂ ਜਾਣਾ ਚਾਹੁੰਦਾ, ਮੈਂ ਗੁਰੂ ਵਾਲਾ ਬਣ ਕੇ ਇਸ ਜਹਾਨ ਤੋਂ ਜਾਣਾ ਚਾਹੁੰਦਾ। ਪਰ ਸਮੇਂ ਦਾ ਕੋਈ ਪਤਾ ਨਹੀਂ ਹੈ ਕਦੋਂ ਆਖਰੀ ਸਾਲ ਜਿਹੜਾ ਉਹ ਮੁੱਕ ਜਾਏ ਤੇ ਮੈਂ ਬੇਮੁਖ ਹੋ ਕੇ ਨਿਗੁਰਾ ਹੋ ਕੇ, ਨਿਗੁਰੇ ਕਾ ਹੈ ਨਾਉ ਬੁਰਾ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਤੇ ਉਹ ਚਾਹੁੰਦਾ ਵੀ ਮੇਰਾ ਆਖਰੀ ਦਮ ਨਿਕਲਣ ਤੋਂ ਪਹਿਲਾਂ ਮੈਂ ਖੰਡੇ ਦੀ ਪੌਲ ਲੈਣਾ ਚਾਹੁੰਦਾ। ਚਲੋ ਜਿਵੇਂ ਕਿਵੇਂ ਕਰਕੇ ਪ੍ਰਬੰਧ ਕੀਤਾ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਂਦਾ ਜਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਪ੍ਰਬੰਧ ਕੀਤਾ। ਹੋਰ ਵੀ ਪ੍ਰਾਣੀ ਜਿਹੜੇ ਸੀ ਅੰਮ੍ਰਿਤ ਦੇ ਅਵਲਾਕੀ, ਖੰਡੇ ਦੀ ਪੌਲ ਜਿਹੜੀਆਂ ਜਿਨ੍ਹਾਂ ਨੇ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਸਿਰ ਦੀ ਚੋਟੀ ਵਿੱਚ ਵੀ ਅੰਮ੍ਰਿਤ ਜਿਹੜਾ ਉਹ ਪੈਂਦਾ ਹੈ, ਅੱਖਾਂ ਦੇ ਵਿੱਚ ਵੀ ਅੰਮ੍ਰਿਤ ਪੈਂਦਾ ਹੈ ਤੇ ਮੁਖ ਤੋਂ ਵੀ ਅੰਮ੍ਰਿਤ ਜਦੋਂ ਅੰਦਰ ਜਾਂਦਾ ਹੈ ਤੇ ਇੱਕੋ ਆਵਾਜ਼ ਆਉਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨਿਕਲਦਾ ਨਾ ਮੁਖ ਤੋਂ ਜਦੋਂ ਸਿਰ ਦੀ ਚੋਟੀ ਤੇ। ਅੰਮ੍ਰਿਤ ਬਹਿਣਾ ਅੱਖਾਂ ਦੇ ਵਿੱਚ, ਜ਼ੁਬਾਨ ਤੋਂ ਅੰਮ੍ਰਿਤ ਰਸਨਾ ਤੋਂ ਜੀਭ ਤੋਂ ਅੰਦਰ ਜਾਣਾ ਤੇ ਵਾਹਿਗੁਰੂ ਕਹਿੰਦੇ। ਚਲੋ ਅਰਦਾਸ ਕੀਤੀ ਮਾਲਕ ਦੇ ਚਰਨਾਂ ਦੇ ਵਿੱਚ, ਅਸੀਂ ਚਲੇ ਗਏ ਗੁਰੂ ਸਾਹਿਬ ਦੀ ਕਿਰਪਾ ਨਾਲ। ਕੁਝ ਮਹੀਨੇ ਬੀਤੇ ਸੀ ਤੇ ਇੱਕ ਸੱਜਣ ਮਿਲ ਕੇ ਆਖਦਾ ਵੀ ਮੈਂ ਉਹੀ ਸੱਜਣ ਹਾਂ ਜਿਹਨੂੰ ਤੁਸੀਂ ਮੰਜੇ ਤੇ ਇਸ਼ਨਾਨ ਕਰਵਾਇਆ। ਮੰਜੇ ਤੇ ਪਿਆ 5 ਕਕਾਰ ਜਿਹੜੇ ਆ ਉਹ ਕਕਾਰ ਜਿਵੇਂ ਕੇਸਾਂ ਵਿੱਚ ਕੰਘਾ ਹੈ ਔਰ ਹੱਥ ਦੇ ਵਿੱਚ ਕੜਾ ਹੈ, ਕਛਹਿਰਾ, ਇਹ ਸ੍ਰੀ ਸਾਹਿਬ ਹੈ। ਇਹ ਤੁਸੀਂ ਜਿਹੜਾ
खंडे दी पौल दे के आए सी ते जिंदगी दा भरोसा नहीं सी। डॉक्टर कहंदे वी ये मास गलदा गलदा थोड़े दिनां विच ही गल गया ते इहदी जिंदगी दी लीला समाप्त है। ते अज उही इंसान तुरिया फिरदा, अज उही इंसान कह रहा कि मेरा तन दा रोग बिल्कुल जड़ों ही खत्म हो गया, तन नवा नरोवा हो गया। चमड़ी देख के पता ही नहीं लगता भी ये मास नूं कोई बीमारी, चमड़ी नूं कोई रोग भी लगा सी कि नहीं लगा। क्यों? क्योंकि जेड़े खंडे दी पौल तैयार हुई सी उहदे विच की सी? गुरबाणी दा रस। गुरबाणी की है? सर्ब रोग का औखद नाम। गुरबाणी की है? अमृत बाणी हर हर तेरी सुन सुन होवे परम गत मेरी। जे गुरु अमरदास महाराज दे घर विच भाई प्रेमा कोड़ी कोड़ नाल भरिया आके नवा नरोवा हो सकदा है, ते फिर ये गुरबाणी दा रस लैके असी नवा नरोवा क्यों नहीं हो सकते हैं? पर ये रस पीना पैना है, ये रस मानना पैना है, इस रस दे विच मस्त होना पैना है। तो गुरु महाराज कहंदे हजे तां होछे रस ने। ये भी कह दिया कई ऐसे भी नहीं, क्योंकि हर प्रकार के प्राणी ने। कई ऐसे भी ने जिहड़े ये नहीं भी बाणी नहीं पढ़ते, बाणी नहीं सुनते, पढ़ते ने सुनते ने, पर पढ़न सुनन तो बाद फिर होर रस नाल दोवें रस लेना चाहुंदे आ। गुरबाणी भी सुनना चाहुंदे आ ते लच्चर गीत भी सुनना चाहुंदे आ। गुरबाणी भी सुनना चाहुंदे आ ते गंदले भैड़े माड़ जिन्हां नाल मन च विकार चले वो रस भी लेना चाहुंदे आ। फिर गुरबाणी दा रस उत्थे किथे टिकना? जिवें ये भी कई बार देखो गल्लां बहुत ने। ये भी एक दिन आखिया सी कि ये असीं घर दे विच सहज पाठ कराया। सहज पाठ 7 दिन लगे, 10 दिन लगे, 12 दिन लगे, 13 दिन लगे। 13 दिन 10 दिन घर विच पाठ चलिया ते समाप्ति तो बाद 13 मिनट नहीं पैण दिते, माहौल बदल के रखता। उत्थे बाणी दा रस किथे टिकना सी? जिथे गुरबाणी दा रस 13 दिन वंडिया गया, गुरबाणी दा पाठ चलिया, भोग पिया, समाप्ति हुई, गुरु महाराज हजे घरों गुरु घर वल चले ही सी ते 13 मिनट नहीं पैण दिते, उत्थे ही रंग होर बदल गया। फिर वो रस की करेगा दसो? अखंड पाठ साहिब घर दे विच असीं बाणी दा पाठ दिन रात लगातार निरंतर अखंड खंडित नहीं होण दिता, लगातार चलिया। जिस दिन समाप्ति हुई उस दिन फिर शाम नूं माहौल कोई होर ही बन गया। पता ही नहीं लगता भी इस घर दे विच पाठ होया भी सी कि नहीं होया, इस घर दे विच कीर्तन होया भी सी कि नहीं होया, क्योंकि माहौल ही बदल के रखता। रासी होर वंडने शुरू हो गए, उत्थे नाम रस की करेगा दसो? असीं दोवें पासे चलना चाहुंदे आ। असीं गुरबाणी भी सुनना चाहुंदे आ, असीं लच्चर गीत भी सुनना चाहुंदे आ, असीं खंडे दी पौहल भी लेना चाहुंदे आ, शाम नूं बोतल भी खोलना चाहुंदे आ। फिर गल किद्दां बनेगी? असीं नाम बाणी नालों सुन के समझना भी चाहुंदे आ, पर असीं दूजियां नूं समझाउणा चाहुंदे आ, आप खुद नहीं समझना चाहुंदे। दूजियां नूं समझाउणा चाहुंदे आ, पर मैं खुद आप नहीं समझना चाहुंदा। ते गल किद्दां बनेगी? इसलिए महाराज कहंदे हर रस छोड़ छोड़ छड्ड के, डड्डे नूं सिहारी छड्ड के, होछे रस माता, तू होर होर रस विच होछे रस, फिक्के रस, विकारां वाले रस विच माता मतिया पिया, गलतान होया पिया। इन्ना भी तैनूं होश नहीं है। घर मैं वस्त, तेरे घर विच ही घर ही में अमृत भरपूर है, पर बाहर उठ जाता, तू उठ उठ के बाहर जाना। मन ने रस लेना ना, ते मन ये घर छड्ड के उठ उठ के बाहर दौड़िया करदा है, होर होर रस लेना चाहुंदा है। इहो जे जिहड़े लोग हुंदे आ, सुनी ना जाई सच अमृत कथा, इन्हां कोलों फिर अमृत रस वाली कथा नहीं सुनी जाती। चलो ये भी कहते हैं गुरबाणी दी कथा
ਜਿਨ੍ਹਾਂ ਨੇ ਕੇਵਲ ਗੁਰਬਾਣੀ ਦਾ ਰਸ ਲੈਣਾ ਨਾ, ਉਹ ਕਹਿ ਵੀ ਦਿੰਦੇ ਆ ਵੀ ਸਿਰਫ ਸਾਨੂੰ ਗੁਰਬਾਣੀ ਦੇ ਅਰਥ ਦੱਸਿਆ ਕਰੋ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰਿਆ ਕਰੋ। ਗੱਲ ਠੀਕ ਹੈ ਬਿਲਕੁਲ। ਜਿਨ੍ਹਾਂ ਨੇ ਰਸ ਲੈਣਾ ਗੁਰਬਾਣੀ ਦਾ, ਉਹ ਕਹਿੰਦੇ ਸਾਨੂੰ ਗੁਰਬਾਣੀ ਦਾ ਰਸ ਦਿਓ। ਪਰ ਬਹੁਤਾਤ ਵਿੱਚ ਕੀ ਹੋ ਪਿਆ ਵੀ ਅਸੀਂ ਗੁਰਬਾਣੀ ਦਾ ਅਰਥ ਘੱਟ ਤੇ ਲੋਕਾਂ ਦਾ ਅਰਥ ਜ਼ਿਆਦਾ ਕਰਨ ਲੱਗ ਪਏ। ਕਿਸੇ ਦੀ ਲੱਤ ਖਿੱਚ ਲਈ, ਕਿਸੇ ਦੀ ਬਾਂਹ, ਕਿਸੇ ਦੇ ਕੁਛ, ਕਿਸੇ ਦੇ ਕੁਛ, ਕਿਸੇ ਦੇ। ਤੇ ਜਿਨ੍ਹਾਂ ਨੂੰ ਇਹਦੇ ਚੋਂ ਸਵਾਦ ਆਉਂਦਾ ਹੈ, ਉਹ ਕਹਿੰਦੇ ਵੀ ਅੱਜ ਤੇ ਸਵਾਦ ਆ ਗਿਆ, ਅੱਜ ਤੇ ਸਵਾਦ ਆ ਗਿਆ। ਗੁਰਬਾਣੀ ਦਾ ਨਹੀਂ ਆਇਆ, ਗੁਰਬਾਣੀ ਦੇ ਅਰਥਾਂ ਦਾ ਸਵਾਦ ਨਹੀਂ ਆਇਆ। ਉਹ ਕਿਸੇ ਦੀ ਜਿਹੜੀ ਲੱਤ ਮਾਂ ਖਿੱਚੀ ਸੀ ਨਾ, ਕਿਸੇ ਕੋਈ ਫਲਾਣਾ ਇਹ ਹੈ ਫਲਾਣਾ ਉਹ ਸਵਾਦ ਆਇਆ, ਗੁਰਬਾਣੀ ਦਾ ਤੇ ਆਇਆ ਨਹੀਂ। ਤੇ ਜਿਨ੍ਹਾਂ ਨੇ ਗੁਰਬਾਣੀ ਦਾ ਸਵਾਦ ਲੈਣਾ ਸੀ, ਉਹਨਾਂ ਨੇ ਫਿਰ ਰੋਕ ਕੇ ਕਹਿਤਾ ਵੀ ਭਾਈ ਸਾਹਿਬ ਅੱਜ ਆਹ ਕਿਹੜੀ ਕਥਾ ਹੈ, ਤੁਸੀਂ ਹੋਰ ਗੱਲਾਂ ਤੇ ਸੁਣਾ ਰਹੇ ਹੋ, ਪਰ ਨਾਮ ਦੀ ਗੱਲ ਤੇ ਸੁਣਾਈ ਨਹੀਂ, ਜਿਹੜਾ ਰਸ ਅਸੀਂ ਲੈਣ ਆਏ ਆ, ਜਿਹੜਾ ਸਵਾਦ ਅਸੀਂ ਮੰਨਣ ਆਏ ਆ। ਤਾਂ ਮਹਾਰਾਜ ਕਹਿੰਦੇ ਘਰ ਦੇ ਅੰਦਰ ਹੀ ਤੇਰੇ ਨਾਮ ਅੰਮ੍ਰਿਤ ਰਸ ਹੈ, ਗੁਰਬਾਣੀ ਦਾ ਸਹਾਰਾ ਲੈ, ਗੁਰਬਾਣੀ ਦਾ ਰਸ ਲੈ। ਹੁਣ ਜੇ ਅੰਦਰ ਰਸ ਹੈ ਤੇ ਗੁਰਬਾਣੀ ਦਾ ਰਸ ਕਿਉਂ ਲੈਣਾ ਹੈ? ਇਹ ਵੀ ਇੱਕ ਦਿਨ ਜ਼ਿਕਰ ਹੋਇਆ ਸੀ। ਹੈਂਡ ਪੰਪ ਤੁਸੀਂ ਦੇਖੇ ਹੋਏ ਨੇ, ਤੁਹਾਡਾ ਸਮਾਂ ਜਿਹੜਾ ਹੈ ਹੈਂਡ ਪੰਪ, ਨਲਕੇ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਨੂੰ ਗੇੜਨਾ ਤੇ ਪਾਣੀ ਉੱਪਰ ਆਉਣਾ। ਕਈ ਵਾਰੀ ਉਹਦਾ ਪਾਣੀ ਥੱਲੇ ਉਤਰ ਜਾਣਾ, ਜਿੰਨਾ ਮਰਜੀ ਗੇੜੀ ਜਾਓ ਪਾਣੀ ਨਹੀਂ ਸੀ ਆਉਂਦਾ। ਫਿਰ ਕੀ ਸਿਆਣੇ ਬਜ਼ੁਰਗ ਕਹਿੰਦੇ ਸੀ ਪਾਣੀ ਥੱਲੇ ਉਤਰ ਗਿਆ, ਹੁਣ ਉੱਤੋਂ ਪਾਣੀ ਪਾਓ। ਹੈਂਡ ਪੰਪ ਜਿਹੜੇ ਹੁੰਦੇ ਸੀ ਉੱਤੋਂ ਪਾਣੀ ਪਾਓ, ਜਦੋਂ ਉੱਪਰੋਂ ਪਾਣੀ ਪਾਉਣਾ ਉਹਨੇ ਥੱਲੇ ਵਾਲਾ ਪਾਣੀ ਚੁੱਕ ਲੈਣਾ ਤੇ ਪਾਣੀ ਆ ਜਾਣਾ। ਪਰ ਸਾਡੀ ਕਿਹੜੇ ਆ, ਸਾਡੇ ਅੰਮ੍ਰਿਤ ਰਸ ਅੰਦਰ ਹੈ ਪਰ ਸਾਨੂੰ ਨਹੀਂ ਨਾ ਪਤਾ ਉਤਰਿਆ ਹੋਇਆ ਹੈ। ਉਹਦੇ ਤੱਕ ਪਹੁੰਚਣ ਲਈ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ, ਗੁਰਬਾਣੀ ਦਾ ਰਸ ਪੀਣਾ ਪੈਣਾ। ਇਹ ਗੁਰਬਾਣੀ ਦਾ ਰਸ ਪੀਆਂਗੇ ਤੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਜਿਹੜਾ ਘਰ 'ਚ ਅੰਮ੍ਰਿਤ ਰਸ ਹੈ ਉੱਥੇ ਤੱਕ ਤਾਂ ਪਹੁੰਚ ਹੋਣੀ ਆ ਜੇ ਗੁਰਬਾਣੀ ਦਾ ਰਸ, ਜੇ ਗੁਰਬਾਣੀ ਸੁਣਾਂਗੇ ਹੀ ਨਹੀਂ, ਪੜਾਂਗੇ ਹੀ ਨਹੀਂ, ਅਭਿਆਸ ਹੀ ਨਹੀਂ ਕਰਾਂਗੇ, ਫਿਰ ਅੰਦਰ ਦੇ ਅੰਮ੍ਰਿਤ ਰਸ ਤੱਕ ਨਹੀਂ ਪਹੁੰਚਿਆ ਜਾਣਾ। ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਕਰਮ ਕਾਂਡ ਕਰੀ ਜਾਓ, ਉਹ ਇਦਾਂ ਹੀ ਆ ਜਿਵੇਂ ਗੇੜੀ ਜਾਓ ਪਾਣੀ ਨਹੀਂ ਆਉਂਦਾ ਨਾ। ਇਹ ਕਰਮ ਕਾਂਡ ਕਰੀ ਜਾਓ ਗੱਲ ਨਹੀਂ ਬਣਨੀ। ਇਸ ਲਈ ਹੋਕਾ ਦਿੱਤਾ ਸੀ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਨਿਰਾਫਲ ਮੈਨੇ ਗੇੜੀ ਜਾਓ, ਜਿਹੜੇ ਕਰਮ ਕਾਂਡ ਤੁਸੀਂ ਕਰਦੇ ਹੋ ਇਦਾਂ ਰਸ ਨਹੀਂ ਬਣਨਾ। ਰਸ ਬਣਨਾ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਪ੍ਰਭੂ ਦੀ ਬਾਣੀ ਨੂੰ ਗਾਉਣ ਨਾਲ ਰਸ ਅੰਦਰ ਬਣਨਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਹੋਛੇ ਰਸ ਵਿੱਚ ਜਿਹੜੇ ਨੇ ਮਸਤ ਹੋਏ ਪਏ ਨੇ, ਮੱਤੇ ਪਏ ਨੇ, ਇਹਨਾਂ ਕੋਲੋਂ ਸੱਚ ਨਾਮ ਨਹੀਂ ਸੁਣਿਆ ਜਾਂਦਾ। ਇਹਨਾਂ ਨੂੰ ਤੁਸੀਂ ਝੂਠ ਸੁਣਾ ਦਿਓ, ਇਹ ਕੋਈ ਝਗੜਾ ਨਹੀਂ ਕਰਨਗੇ, ਕੋਈ ਲੜਾਈ ਨਹੀਂ ਕਰਨਗੇ, ਇਹ ਉਹਦੇ ਵਿੱਚ ਹੀ ਖੁਸ਼ ਹੋਣਗੇ। ਜਿਹੜੇ ਹੋਛੇ ਰਸ ਦੇ ਵਿੱਚ ਮਸਤ ਹੋਏ ਹੁੰਦੇ ਹਨ। ਵਜਹੁ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਨਾਹ ਅਸ਼ਾਦਿਓ ਪ੍ਰਾਨੀ। ਇਹ ਵੀ ਧਿਆਨ ਵਿੱਚ ਰੱਖਣਾ, ਜਿਨ੍ਹਾਂ ਨੇ ਨਾਮ ਰਸ ਚੱਖ ਲਿਆ ਉਹ ਬੇਪਰਵਾਹ ਤੇ ਬੇਮੋਹਤਾਜ ਹੋ ਜਾਂਦੇ ਆ। ਉਹ ਫਿਰ ਦੁਨੀਆ ਦੇ ਗੁਲਾਮ ਨਹੀਂ ਰਹਿੰਦੇ, ਉਹ ਕਿਸੇ ਦੀ ਗੁਲਾਮੀ ਨਹੀਂ ਸਹਿੰਦੇ, ਉਹ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਆ। ਤੇ ਜਿਹੜੇ ਹੋਛੇ ਰਸ ਵਿੱਚ ਮੱਤੇ ਹੋਏ ਨੇ ਉਹ ਦੂਜਿਆਂ ਦੇ ਗੁਲਾਮ ਨੇ। ਉਹ ਫਿਰ ਬੇਮੋਹਤਾਜ ਬੇਪਰਵਾਹ ਨਹੀਂ ਹੁੰਦੇ, ਉਹ ਦੂਜਿਆਂ ਦੀ ਮੁਹਤਾਜੀ ਸਹਿੰਦੇ ਆ, ਗੁਲਾਮੀ ਸਹਿੰਦੇ ਆ, ਕਿਉਂਕਿ ਹੋਛੇ ਰਸ ਵਿੱਚ ਨੇ। ਮਹਾਰਾਜ ਜੀ ਕਹਿੰਦੇ ਫਿਰ ਉਹ ਅਕਿਰਤ ਘਣ ਹੁੰਦੇ ਨੇ ਲੋਕ, ਜਿਹਦਾ ਦਿੱਤਾ ਖਾਂਦੇ ਨੇ ਉਹਦਾ ਸ਼ੁਕਰਾਨਾ ਨਹੀਂ ਹੈ, ਤੇ ਜਿਹਦੇ ਰਾਹੀਂ ਮਿਲ ਰਿਹਾ ਉਹਦਾ ਹੀ ਸ਼ੁਕਰਾਨਾ ਕਰਦੇ ਆ। ਭਾਵ ਦਾਤਾਂ ਕੌਣ ਦੇ ਰਿਹਾ ਤੇ ਸ਼ੁਕਰਾਨਾ ਕਿਸੇ ਹੋਰ ਦਾ। ਦੇਣ ਵਾਲਾ ਦਾਤਾ ਕੋਈ ਹੋਰ ਹੈ ਤੇ ਸੇਵਾ ਕਿਸੇ ਹੋਰ ਦੀ ਹੋ ਰਹੀ ਹੈ। ਸਾਹਿਬ ਜੀ ਕਹਿੰਦੇ ਵਜੋ ਸਾਹਿਬ ਕਾ ਸੇਵ ਬੇਰਾਨੀ। ਬੇਰਾਨੀ ਮਤਲਬ ਬੇਗਾਨੀ, ਦੂਜਿਆਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ, ਜਦ ਕਿ ਦਾਤ ਦੇਣ ਵਾਲਾ ਦਾਤਾ ਹੈ।
ਦਾਤਾਂ ਤੇ ਦਾਤੇ ਨੇ ਦੇਣੀਆਂ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ। ਉਹਨੇ ਦਾਤਾਂ ਆਪਣੇ ਹੱਥ 'ਚ ਰੱਖੀਆਂ। ਪਾਲਣ ਵਾਲਾ ਵੀ ਉਹ, ਸੰਭਾਲਣ ਵਾਲਾ ਵੀ ਉਹ, ਜਨਮ ਦਾਤਾ ਵੀ ਉਹ, ਤੇ ਸੇਵਾ ਅਸੀਂ ਦੁਨੀਆ ਦੀ ਲੱਗੇ ਹੋਏ ਹਾਂ ਕਰਨ, ਜਾਂ ਅਸੀਂ ਦੇਹਧਾਰੀਆਂ ਨਾਲ ਜਾਂ ਮੜੀਆਂ ਮਸਾਣਾਂ ਨਾਲ ਜੁੜੇ ਹੋਏ ਹਾਂ। ਮਹਾਰਾਜ ਕਹਿੰਦੇ ਇਹ ਅਕਿਰਤ ਘਣ ਨਹੀਂ ਤੇ ਹੋਰ ਕੀ ਹੈ। ਬੇਗਾਨਿਆਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਤੇ ਦਾਤਾਂ ਸਾਹਿਬ ਕੋਲੋਂ ਲੈ ਰਿਹਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨ ਆਵਈ ਅਗਨਤ ਭਰੇ ਭੰਡਾਰ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਦਾਤਾਂ ਦੇਣ ਵਾਲਾ ਦਾਤਾ ਹੈ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ। ਜਿਹਦੇ ਕੋਲੋਂ ਦਾਤਾਂ ਲੈ ਰਹੇ ਆ, ਸ਼ੁਕਰਾਨਾ ਵੀ ਉਹਦਾ ਕਰੋ, ਨਾਮ ਵੀ ਉਹਦਾ ਹੀ ਜਪੋ। ਜਿਹੜੇ ਲੋਕ ਬੰਦਿਆਂ ਦੇ ਕੋਲ ਜਾ ਕੇ ਬੰਦਿਆਂ ਦਾ ਦਿੱਤਾ ਨਾਮ ਲੈ ਰਹੇ ਨੇ, ਮਹਾਰਾਜ ਕਹਿੰਦੇ ਜ਼ਿੰਦਗੀ ਤੈਨੂੰ ਪਰਮੇਸ਼ਵਰ ਨੇ ਦਿੱਤੀ ਹੈ ਤੇ ਨਾਮ ਤੂੰ ਲੈਣ ਲਈ ਕਿਤੇ ਤੁਰਿਆ ਫਿਰਦਾ ਹੈ। ਨਾਮ ਕਿਸੇ ਹੋਰ ਦਾ ਜਪ ਰਿਹਾ, ਤੈਨੂੰ ਦਾਤ ਕੋਈ ਹੋਰ ਦੇ ਰਿਹਾ ਹੈ। ਦਾਤ ਦੇਣ ਵਾਲਾ ਕੋਈ ਹੋਰ ਹੈ ਤੇ ਤੂੰ ਤੁਰਿਆ ਕਿਤੇ ਹੋਰ ਫਿਰਦਾ ਹੈ। ਸਾਹਿਬ ਜੀ ਕਹਿੰਦੇ ਵਜਹੋ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਣ ਹੈ ਅਛਾਦਿਓ ਪ੍ਰਾਨੀ। ਹੈ ਪ੍ਰਾਣੀ, ਇਦਾਂ ਦੇ ਗੁਨਾਹਾਂ ਨਾਲ ਤੂੰ ਜਿਹੜਾ ਉਹ ਢਕਿਆ ਪਿਆ, ਇਦਾਂ ਦੇ ਤੇਰੇ ਅੰਦਰ ਐਬ ਨੇ, ਅਵਗਣ ਨੇ। ਤੂੰ ਐਸਾ ਅਪਰਾਧੀ ਹੈ, ਤੈਨੂੰ ਦਾਤ ਕਿਸੇ ਨੇ ਦਿੱਤੀ ਹੈ ਤੇ ਜੁੜਿਆ ਕਿਸੇ ਹੋਰ ਨਾਲ ਹੀ ਬੈਠਾ ਹੈ। ਦਾਤਾ ਕੋਈ ਹੋਰ ਹੈ ਤੇ ਝੁਕਿਆ ਕਿਤੇ ਹੋਰ ਹੀ ਬੈਠਾ ਹੈ। ਮੰਗ ਕਿਤੋਂ ਰਿਹਾ, ਅਰਦਾਸ ਕਿਤੇ ਕਰ ਰਿਹਾ। ਦਾਤ ਕਿਤੋਂ ਮਿਲ ਰਹੀ ਹੈ, ਸ਼ੁਕਰਾਨਾ ਕਿਸੇ ਦਾ ਕਰ ਰਹੇ ਹੈ। ਇਸ ਲਈ ਮਹਾਰਾਜ ਕਹਿੰਦੇ ਐਸੇ ਗੁਣ ਹੈ ਅਛਾਦਿਓ ਪ੍ਰਾਨੀ। ਹੇ ਪ੍ਰਾਣੀ, ਤੂੰ ਐਸੇ ਪਾਪ ਨਾਲ, ਅਛਾਦਿਓ ਮੈਨੇ ਢਕਿਆ ਹੋਇਆ, ਇਦਾਂ ਦੇ ਗੁਨਾਹਾਂ ਨਾਲ ਤੂੰ ਢਕਿਆ ਪਿਆ। ਕਿਤੇ ਆਪਣਾ ਅੰਦਰ ਪਰਦਾ ਚੁੱਕ ਕੇ ਦੇਖ, ਤੈਨੂੰ ਪਤਾ ਲੱਗੇ। ਤੇ ਜਦੋਂ ਪਤਾ ਲੱਗੇ ਫਿਰ ਤੂੰ ਕਹਿ ਸਕਦਾ ਹੈ ਅਸੀਂ ਖਦੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ, ਵੱਡ ਗੁਨਾਹਗਾਰ। ਮੈਂ ਬਹੁਤ ਵੱਡਾ ਪਾਪੀ ਹਾਂ ਮਹਾਰਾਜ, ਤੁਸੀਂ ਮੈਨੂੰ ਜ਼ਿੰਦਗੀ ਦਿੱਤੀ ਆ, ਮਨੁੱਖਾ ਜਨਮ, ਉਹਦੇ ਨਾਲ ਨਾਲ ਨਾਮ ਰਸ ਵੀ ਦਿੱਤਾ, ਤੇ ਮੈਂ ਹੋਛੇ ਰਸ ਵਿੱਚ ਮਗਰ ਤੁਰਦਾ ਰਿਹਾ। ਮੈਂ ਹੋਰ ਹੋਰ ਸਵਾਦ ਮਾਣਦਾ ਰਿਹਾ, ਮੈਂ ਹੋਰ ਹੋਰ ਰਸ ਲੈਂਦਾ ਰਿਹਾ। ਇਹ ਜ਼ਿੰਦਗੀ ਤੁਹਾਡੀ ਦਿੱਤੀ ਹੋਈ ਹੈ, ਤੁਹਾਡੇ ਨਾਮ ਦੇ ਨਾਲ ਜੁੜਨਾ ਸੀ, ਸ਼ੁਕਰਾਨਾ ਤੁਹਾਡਾ ਕਰਨਾ ਸੀ, ਪਰ ਮੈਂ ਹੋਰ ਹੋਰ ਨਾਮ ਦਾਤਾਂ ਹੋਰ ਕੋਲੋਂ ਲੈ ਕੇ ਤੇ ਹੋਰਾਂ ਦੇ ਨਾਲ ਹੀ ਜੁੜਦਾ ਰਿਹਾ। ਮੈਂ ਏਡਾ ਵੱਡਾ ਅਪਰਾਧੀ ਹਾਂ, ਕਦਮ ਕਦਮ ਤੇ ਭੁੱਲਾਂ ਕਰਨ ਵਾਲਾ ਹਾਂ। ਪਰ ਜਦੋਂ ਪਤਾ ਲੱਗੇ ਨਾ ਵੀ ਮੈਂ ਤੇ ਅਛਾਦਿਆ ਪਿਆ ਇਹੋ ਜਿਹੇ ਗੁਨਾਹਾਂ ਨਾਲ, ਪਾਪ ਨਾਲ, ਪਰ ਹਜੇ ਤੇ ਸਾਨੂੰ ਦੂਜਿਆਂ ਦੀ ਚਾਦਰ ਨਜ਼ਰ ਆ ਰਹੀ ਹੈ, ਆਪਣੀ ਤੇ ਨਜ਼ਰ ਹੀ ਨਹੀਂ ਆ ਰਹੀ। ਹਜੇ ਤੇ ਦੂਜਿਆਂ ਦੀਆਂ ਬੁਰਾਈਆਂ ਹੀ ਚੱਲ ਰਹੀਆਂ, ਫਲਾਣਾ ਇਦਾਂ, ਫਲਾਣਾ ਇਦਾਂ, ਉਹ ਇਦਾਂ, ਉਹ ਇਦਾਂ, ਉਹ ਇਦਾਂ, ਉਹ ਇਦਾਂ। ਹਜੇ ਆਪਣੀ ਗੱਲ ਤੇ ਸ਼ੁਰੂ ਹੀ ਨਹੀਂ ਹੋਈ। ਜਿਸ ਦਿਨ ਆਪਣੀ ਗੱਲ ਸ਼ੁਰੂ ਹੋਏਗੀ, ਉਸ ਦਿਨ ਫਿਰ ਅਰਦਾਸ ਵੀ ਹੋਏਗੀ। ਲੇਖੈ ਕਤਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਸ ਦਿਨ ਅਰਦਾਸ ਹੋਏਗੀ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਮੈਂ ਜਦੋਂ ਦੇਖਿਆ ਨਾ ਵੀ ਮੈਂ ਤੇ ਇਸ ਅਵਗਣਾ ਦੀ ਚਾਦਰ, ਬੁਰਾਈਆਂ ਦੀ ਚਾਦਰ ਨਾਲ ਢੱਕਿਆ ਪਿਆ, ਫਿਰ ਸਮਝ ਆਈ ਕਿ ਮਾਧੋ ਹਮ ਐਸੇ ਤੂੰ ਐਸਾ। ਤੂੰ ਇਦਾਂ ਦਾ ਸੀ, ਮੈਂ ਹੋਰ ਰਸ ਲੈਂਦਾ ਰਿਹਾ, ਮੈਂ ਹੋਰਾਂ ਨਾਲ ਹੀ ਜੁੜਿਆ ਰਿਹਾ, ਅਕਿਰਤ ਘਣ ਬਣ ਕੇ ਜ਼ਿੰਦਗੀ ਜਿਉਂਦਾ ਰਿਹਾ। ਪਰ ਹੁਣ ਪਤਾ ਲੱਗਾ ਤੂੰ ਐਸਾ, ਤੂੰ ਤੇ ਮੇਰੀ ਕਦਮ ਕਦਮ ਤੇ ਪਾਲਣਾ ਕਰ ਰਿਹਾ, ਸੰਭਾਲ ਕਰ ਰਿਹਾ, ਤੂੰ ਮੈਨੂੰ ਕਦਮ ਕਦਮ ਤੇ ਰੱਖਣ ਵਾਲਾ ਹੈ। ਕਿਹੜੀਆਂ ਦਾਤਾਂ ਤੂੰ ਮੈਨੂੰ ਨਹੀਂ ਦਿੱਤੀਆਂ, ਪਰ ਤੇਰੀਆਂ ਸਾਰੀਆਂ ਦਾਤਾਂ ਲੈ ਕੇ ਮੈਂ ਤੇਰੇ ਤੋਂ ਮੁੱਖ ਫੇਰ ਕੇ ਸ਼ੁਕਰਾਨਾ ਦੁਨੀਆ ਦਾ ਹੀ ਕਰਦਾ ਰਿਹਾ, ਦੁਨੀਆ ਦੇ ਅੱਗੇ ਹੀ ਝੁਕਦਾ ਰਿਹਾ ਤੇ ਦੁਨੀਆ ਦਾ ਹੀ ਗੁਲਾਮ ਬਣ ਕੇ ਰਹਿ ਗਿਆ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵਜੋ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਣ ਹੈ ਅਛਾਦਿਓ ਪ੍ਰਾਨੀ। ਹੈ ਪ੍ਰਾਣੀ, ਤੂੰ ਐਸੇ ਪਾਪ ਦੇ ਨਾਲ ਢਕਿਆ ਪਿਆ ਹੈ, ਕਿਤੇ ਆਪਣੇ ਜੀਵਨ ਅੰਦਰ ਝਾਤੀ ਮਾਰ ਕੇ ਦੇਖਣਾ ਕਰ। ਤਿਸ ਸਿਉ ਲੋਕ ਜੋ ਸਦ ਹੀ ਸੰਗੀ, ਕਾਮ ਨ ਆਵੇ ਸੋ ਫਿਰ ਮੰਗੀ। ਸਾਹਿਬ ਜੀ ਕਹਿੰਦੇ ਜਿਨ੍ਹਾਂ ਕੋਲੋਂ ਸੱਚ ਨਹੀਂ ਨਾ ਸੁਣਿਆ ਜਾਂਦਾ, ਜਿਹੜੇ ਨਾਮ ਨਹੀਂ ਸੁਣ ਸਕਦੇ, ਅੰਮ੍ਰਿਤ ਦੀ ਗੱਲ ਨਹੀਂ ਸੁਣ ਸਕਦੇ, ਸਾਹਿਬ ਜੀ ਕਹਿੰਦੇ ਨੇ ਉਹ ਲੁਕ ਛੁਪ ਕੇ ਮਾੜੇ ਬੁਰੇ ਭੈੜੇ ਕਰਮ ਕਰਦੇ ਆ, ਤੇ ਕਰਕੇ ਨਾ ਸਮਾਜ ਵਿੱਚ ਬੜੇ ਖੁਸ਼ ਹੁੰਦੇ ਆ ਕਿ ਸਾਨੂੰ ਕਿਸੇ ਨੇ ਦੇਖਿਆ ਹੀ ਨਹੀਂ। ਲੁਕ ਕੇ ਛੁਪ ਕੇ ਬੜੇ ਮਾੜੇ ਕਰਮ ਕਰਦੇ ਆ, ਬੜੇ, ਤੇ ਸਮਾਜ ਅੱਗੇ ਬੜੇ ਚੌੜੇ ਹੋ ਕੇ ਸੀਨਾ ਤਾਣ ਕੇ ਬੈਠਦੇ ਆ ਵੀ ਜਿਵੇਂ ਸਾਡੇ ਤੋਂ ਚੰਗਾ ਇਨਸਾਨ ਕੋਈ ਨਹੀਂ ਹੈ। ਪਰ ਉਹ ਭੁਲੇਖੇ 'ਚ ਨੇ ਵੀ ਕਿਸੇ ਨੇ ਨਹੀਂ ਦੇਖਿਆ। ਜਿਹਨੇ ਜ਼ਿੰਦਗੀ ਦਿੱਤੀ ਹੈ ਨਾ, ਉਹਨੇ ਜਿੱਦਣ ਲੇਖਾ ਮੰਗਣਾ ਤੇ ਕੁਝ ਲੁਕਿਆ ਛੁਪਿਆ ਨਹੀਂ ਰਹਿਣਾ, ਸਾਰਾ ਚਿੱਠਾ ਸਾਹਮਣੇ ਆ ਜਾਣਾ, ਸਭ ਚਿੱਠਾ ਸਾਹਮਣੇ ਆ ਜਾਏਗਾ। ਕਿਉਂਕਿ ਉਹ ਹੈ ਹੀ ਤੇਰੇ ਅੰਗ ਸੰਗ ਸੀ। ਉਹਨੇ ਜਨਮ ਤਾਂ ਦਿੱਤਾ ਹੈ, ਹਾਂ ਜਨਮ ਦੇਣ ਵਾਲੀ ਮਾਂ ਦੂਰ ਹੋ ਸਕਦੀ ਹੈ, ਪਿਤਾ ਦੂਰ ਹੋ ਸਕਦਾ ਹੈ, ਪਰ ਜਿਹੜਾ ਜਨਮ ਦਾਤਾ ਹੈ ਉਹ ਤੇਰੇ ਤੋਂ ਕਦੇ ਦੂਰ ਹੋਇਆ ਹੀ ਨਹੀਂ। ਉਹ ਤਾਂ ਤੇਰੇ ਹਰ ਵੇਲੇ ਅੰਗ ਸੰਗ ਹੈ। ਉਹਨੇ ਹਰ ਕਰਮ ਤੇ ਨਜ਼ਰ ਰੱਖੀ ਸੀ। ਲੂਕ ਕਰਤ ਬੇਕਾਰ ਵਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਉਹਦੇ ਤੋਂ ਕਿੱਦਾਂ ਛੁਪਾ ਲੋਗੇ? ਤੇ ਜੇ ਉਹਦੇ ਕੋਲੋਂ ਛੁਪ ਗਿਆ ਫਿਰ ਇਨਸਾਫ ਕੌਣ ਕਰੇਗਾ? ਫਿਰ ਫੈਸਲਾ ਕੌਣ ਸੁਣਾਏਗਾ? ਫਿਰ ਤਾਂ ਨਿੰਮ ਦੇ ਬੂਟੇ ਨੂੰ ਵੀ ਅੰਬ ਦਾ ਫਲ ਲੱਗ ਜਾਣਾ, ਫਿਰ ਅੰਬ ਦੇ ਬੂਟੇ ਨੂੰ ਨਿੰਮ ਦੀ ਕੁੜੱਤਣ ਲੱਗ ਜਾਣੀ ਹੈ, ਜੇ ਉਹਨੂੰ ਨਾ ਪਤਾ ਲੱਗਾ ਵੀ ਇਹ ਅੰਬ ਹੈ ਕਿ ਇਹ ਨਿੰਮ ਹੈ। ਇਸ ਲਈ ਅਸੀਂ ਰੱਬ ਨੂੰ ਧੋਖਾ ਨਹੀਂ, ਅਸੀਂ ਆਪਣੇ ਆਪ ਨੂੰ ਖੁਦ ਧੋਖਾ ਦੇ ਰਹੇ ਹਾਂ। ਲੁਕ ਛੁਪ ਕੇ ਮਾੜੇ ਕਰਮ ਕਰਕੇ ਤੇ ਸਮਾਜ ਅੱਗੇ ਅਸੀਂ ਸਮਾਜ ਸੇਵਕ ਬਣ ਰਹੇ ਹਾਂ ਵੀ ਇਹ ਸਾਡੇ ਤੋਂ ਵੱਡਾ ਹੈ ਹੀ ਕੋਈ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਤਿਸ ਸਿਉ ਲੂਕ, ਲੂਕ ਮੈਨੇ ਲੁਕ ਕੇ, ਤਿਸ ਸਿਉ ਪਰਮੇਸ਼ਵਰ ਤੋਂ ਜੋ ਸਦ ਹੀ ਸੰਗੀ, ਜਦੋਂ ਹੈ ਹੀ ਸਦਾ ਸੰਗੀ ਹੈ, ਅੰਗ ਸੰਗ ਹੈ। ਕਾਮ ਨ ਆਵੇ ਸੋ ਫਿਰ ਮੰਗੀ, ਜੋ ਤੇਰੇ ਕੰਮ ਨਹੀਂ ਆਉਣਾ, ਜੋ ਦੁਖਦਾਈ ਹੋ ਜਾਣਾ, ਜੋ ਕੌੜਾ ਹੋ ਜਾਣਾ, ਜਿਹੜਾ ਤੇਰੇ ਕੰਮ ਹੀ ਨਹੀਂ ਆਉਣਾ, ਮਾਇਆਵੀ ਪਦਾਰਥ ਫਿਰ ਤੂੰ ਉਹੀ ਮੁੜ ਕੇ ਮੰਗੀ ਜਾ ਰਿਹਾ, ਉਹੀ ਮੰਗੀ ਜਾ ਰਿਹਾ। ਜਿਹਨੂੰ ਸਮਝ ਆ ਗਈ ਉਹਨੇ ਕਿਹਾ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ। ਜਿਹਨੂੰ ਨਹੀਂ ਸਮਝ ਆਈ ਉਹ ਫਿਰ ਮੰਗੀ, ਉਹ ਮੁੜ ਕੇ ਉਹੀ ਕੁਛ ਮੰਗੀ ਜਾਂਦਾ ਹੈ ਜੋ ਦੁੱਖ ਦੇਣ ਵਾਲੀਆਂ ਦਾਤਾਂ ਨੇ। ਇਸ ਲਈ ਸਾਹਿਬ ਕਹਿੰਦੇ ਜੋ ਤੇਰੇ ਸੰਗੀ ਹੈ ਉਹਨੂੰ ਸਮਝ ਲੈ। ਤੇਰੇ ਲੁਕ ਛੁਪ ਕੇ ਕੀਤੇ ਕਰਮ ਵੀ ਉਹਦੇ ਸਾਹਮਣੇ ਜ਼ਾਹਰ ਹੋ ਜਾਂਦੇ ਹਨ। ਕਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਹੁਣ ਸਾਰੀ ਗੱਲ ਸਮਝਣ ਤੋਂ ਬਾਅਦ, ਵਿਚਾਰਨ ਤੋਂ ਬਾਅਦ, ਵੀ ਹੋਛੇ ਰਸ ਵਿੱਚ ਮੱਤਿਆ ਪਿਆ, ਘਰ ਵਿੱਚ ਰਸ ਹੈ ਉਹ ਨਹੀਂ ਮੰਨਦਾ, ਝੂਠ ਸੁਣਨਾ ਚਾਹੁੰਦਾ ਹੈ, ਵਿਕਾਰਾਂ ਦਾ ਰਸ ਲੈਣਾ ਚਾਹੁੰਦਾ ਹੈ, ਦੁਨੀਆ ਦੀ ਸੇਵਾ 'ਚ ਲੱਗਣਾ ਚਾਹੁੰਦਾ ਹੈ, ਪਰ ਅਸਲ ਦਾਤੇ ਨਾਲ ਨਹੀਂ ਜੁੜਨਾ ਚਾਹੁੰਦਾ। ਅਨੰਤ ਐਸੇ ਪਾਪ ਦੀ ਚਾਦਰ ਨਾਲ ਢਕਿਆ ਪਿਆ ਅਪਰਾਧੀ ਹੈ, ਗੁਨਾਹਗਾਰ ਹੈ, ਲੁਕ ਛੁਪ ਕੇ ਮਾੜੇ ਕਰਮ ਕਰਦਾ ਹੈ, ਪਰ ਉਸ ਪਰਮੇਸ਼ਵਰ ਤੋਂ ਕੁਛ ਨਹੀਂ ਛੁਪਿਆ ਹੈ। ਦੁਬਾਰਾ ਆਪਣੇ ਮਨ ਦੇ ਕਰਕੇ ਮਾਇਆਵੀ ਪਦਾਰਥਾਂ ਦੀ ਮੰਗ ਕਰਦਾ ਹੈ। ਜਿਹਨੂੰ ਸਮਝ ਆ ਗਈ ਕਿ ਇਹ ਸਭ ਕੁਝ ਛੱਡ ਕੇ ਮੈਂ ਉਹਦੀ ਬੰਦਗੀ ਕਰਨ ਲਈ ਆਇਆ, ਮੈਂ ਬੰਦਗੀ ਦਾ ਰਸ ਲੈਣ ਵਾਸਤੇ ਆਇਆ, ਇਹ ਤਾਂ ਹੋਏਗਾ ਜੇ ਉਹ ਆਪਣੀ ਦਇਆ ਮੇਰੇ ਤੇ ਕਰੇਗਾ। ਉਹਦੇ ਹੁਕਮ ਵਿੱਚ ਜਦੋਂ ਮੈਂ ਚੱਲਾਂਗਾ, ਜਿਹੜਾ ਮੈਨੂੰ ਪਾਲਣ ਵਾਲਾ ਹੈ, ਜਿਹੜਾ ਮੈਨੂੰ ਸੰਭਾਲਣ ਵਾਲਾ ਹੈ, ਜਦੋਂ ਮੈਂ ਉਹਦੀ ਯਾਦ ਵਿੱਚ ਜੁੜਾਂਗਾ ਤਾਂ ਮੇਰਾ ਇਹ ਜੀਵਨ ਸੁਖਦਾਈ ਹੋਏਗਾ, ਆਨੰਦਮਈ ਹੋਏਗਾ, ਔਰ ਮੇਰੇ ਜੀਵਨ 'ਚ ਬਰਕਤ ਆਏਗੀ ਤੇ ਮੈਂ ਆਪਣਾ ਜਨਮ ਸਵਾਰ ਕੇ ਜਾਵਾਂਗਾ। ਉਹਦੇ ਲਈ ਕੀ ਕਰੀਏ? ਅਰਦਾਸ ਕਰੋ। ਨਾਨਕ ਗੁਰੂ ਅਰਜਨ ਦੇਵ ਮਹਾਰਾਜ, ਪ੍ਰਭ ਦੀਨ ਦਇਆਲਾ, ਇਹ ਪ੍ਰਭੂ ਤੁਸੀਂ ਦੀਨਾਂ ਉੱਤੇ ਦਇਆ ਕਰਨ ਵਾਲੇ ਹੋ, ਦਿਆਲੂ ਹੋ ਤੁਸੀਂ।
ਜਿਉਂ ਭਾਵੈ, ਜਿਵੇਂ ਤੁਹਾਨੂੰ ਪਾਉਂਦਾ ਹੈ। ਬੱਚਾ ਗਲਤੀਆਂ ਕਰਦਾ ਹੈ, ਬੱਚਾ ਭੁੱਲਣਹਾਰ ਹੈ, ਪਰ ਮਾਂ-ਬਾਪ ਨੂੰ ਸਮਝ ਹੈ, ਉਹ ਫਿਰ ਵੀ ਬੱਚੇ ਨੂੰ ਸਮਝਾ ਕੇ ਆਪਣੇ ਗਲ ਲਾ ਲੈਂਦੇ ਆ। ਮੈਂ ਵੀ ਹੋਛੇ ਰਸ ਮਗਰ ਲੱਗ ਕੇ ਭਟਕ ਗਿਆ ਸਾਂ, ਜਿਵੇਂ ਤੁਹਾਨੂੰ ਪਾਉਂਦਾ ਤਿਉਂ ਕਰ ਪ੍ਰਤਪਾਲਾ। ਤਿਵੇਂ ਤੁਸੀਂ ਮੇਰ ਦਾ ਹੱਥ ਰੱਖ ਕੇ ਮੇਰੀ ਪਾਲਣਾ ਕਰੋ, ਮੈਨੂੰ ਨਾਮ ਰਸ ਦਿਓ, ਤਾਂ ਕਿ ਮੈਂ ਤੁਹਾਡੇ ਚਰਨਾਂ ਵਿੱਚ ਟਿਕ ਕੇ ਨਾਮ ਰਸ ਲੈ ਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰ ਸਕਾਂ। ਅਸੀਂ ਵੀ ਇਹੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਜੀ, ਸਾਡੇ ਤੇ ਆਪਣਾ ਤਰਸ ਕਰਕੇ ਸਾਨੂੰ ਨਾਮ ਰਸ ਜਿਹੜਾ ਹੈ ਉਹ ਬਖਸ਼ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਲਿਓ, ਆਪਣਾ ਨਾਮ ਲਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਮਹਾਰਾਜ ਕਿਰਪਾ ਕਰਨ, ਰੱਬੀ ਬਾਣੀ ਦਾ, ਧੁਰਕੀ ਬਾਣੀ ਦਾ ਅਭਿਆਸ ਕਰਦੇ ਹਾਂ। ਇਹ ਨਾਮ ਰਸ ਸਾਡੇ ਕਿਤੇ ਅੰਦਰ ਬਣ ਜਾਏ। ਦਿਨ ਰਾਤ ਨਾਮ ਰਸ ਦੇ ਵਿੱਚ ਲੀਨ ਹੋ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਆਪ ਵੀ ਜੁੜਿਆ ਕਰੋ, ਹੋਰਾਂ ਨੂੰ ਵੀ ਗੁਰਬਾਣੀ ਦੇ ਨਾਲ, ਗੁਰੂ ਦਰ ਘਰ ਨਾਲ ਜੋੜੋ। ਬਾਣੇ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਤਿਸ ਸਿਉ ਲੋਕ ਜੋ ਸਦ ਹੀ ਸੰਗੀ, ਕਾਮਨਾ ਆਵੈ ਸੋ ਫਿਰ ਫਿਰ ਮੰਗੀ। ਕਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।